ਤਾਂ ਉਹਨੂੰ ਸੁਪਰੀਮ ਕੋਰਟ 'ਚ ਲੈ ਕੇ ਜਾ ਸਕਦੇ ਸੀ, ਆਪਣਾ ਪੱਖ ਰੱਖ ਸਕਦੇ ਸੀ। ਸੁਪਰੀਮ ਕੋਰਟ 'ਚ ਜਾਣਾ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਇਸੇ ਕਰਕੇ ਤੁਸੀਂ ਟਾਈਮ ਹੁਣ ਟਾਈਮ 6 ਮਹੀਨੇ ਦੇ ਵਿੱਚ ਤੁਸੀਂ ਗਾਰੰਟੀ ਕਿਵੇਂ ਲੈਂਦੇ ਹੋ ਕਿ ਤੁਸੀਂ ਕੰਮ ਸਾਰਾ ਜਿੱਥੇ 10 ਲੋਕ ਜਾਣੇ ਚਾਹੀਦੇ ਆ, ਉੱਥੇ ਅਗਰ ਕਾਂਗਰਸ ਦਾ ਪ੍ਰੋਗਰਾਮ ਆ, ਕਾਂਗਰਸ ਕੁਝ ਕਰ ਰਹੀ ਹੈ ਤਾਂ ਉੱਥੇ 100 ਬੰਦਾ ਇਕੱਠਾ ਹੋ ਰਿਹਾ। ਸਰਕਾਰਾਂ ਪੂਰੀ ਤਰ੍ਹਾਂ ਫੇਲ ਹੈ ਕਿ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਅਸੀਂ ਇੱਥੇ ਗੈਸ ਦਾ ਪ੍ਰਬੰਧ ਕਰੀਏ, ਬੈੱਡਾਂ ਦਾ ਪ੍ਰਬੰਧ ਕਰੀਏ। ਜਿਹੜਾ ਕੋਟਪੂਰਾ ਗੋਲੀकांड ਆ ਉਹਦਾ ਕੋਈ ਵੀ ਨਤੀਜਾ ਨਹੀਂ ਕੱਢ ਸਕੇ। ਈਵਨ ਕਿ ਹਾਈ ਕੋਰਟ ਨੇ ਝਾੜ ਲਾਈ ਉਹਨਾਂ ਨੂੰ ਕਿ ਤੁਸੀਂ ਬਿਲਕੁਲ ਬੇਤੁਕੀਆਂ ਗੱਲਾਂ ਔਰ ਬੇਤੁਕੀਆਂ ਸਿਆਸੀਕਰਨ ਕੀਤਾ ਹੋਇਆ ਟੋਟਲ। ਸਰਕਾਰ ਉਹ ਫਿਗਰ ਹੀ ਲਗਾਈ ਜਾਂਦੀ ਹੈ। ਉਹ ਬਾਰ-ਬਾਰ यूपी ਦਾ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਹੈ ਕਿ ਸਾਡੇ ਕੋਲ ਪ੍ਰੋਪਰ ਆਕਸੀਜਨ ਹੈ, ਸਾਡੇ ਕੋਲ ਪ੍ਰੋਪਰ ਵੈਕਸੀਨੇਸ਼ਨ ਹੈ, ਨਾ ਉੱਥੇ ਆਕਸੀਜਨ ਹੈ ਨਾ ਉੱਥੇ ਵੈਕਸੀਨੇਸ਼ਨ। ਅੱਜ ਦਾ ਮੁੱਦਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਜੇਸ਼ ਮਹਿਰਾ। ਅੱਜ ਇੱਕ ਬੜੇ ਅਹਿਮ ਮੁੱਦੇ ਤੇ ਚਰਚਾ ਕਰਾਂਗੇ। ਕੋਰੋਨਾ ਦੇ ਕੋਹਰਮ ਨੂੰ ਦੇਖਦੇ ਹੋਏ ਮਾਨਯੋਗ ਹਾਈ ਕੋਰਟ ਨੇ ਕੇਂਦਰ ਨੂੰ ਲਤਾੜਦੇ ਹੋਏ ਕਿਹਾ ਕਿ ਪੰਜਾਬ ਤੇ ਹਰਿਆਣਾ ਨਾਲ ਸੁਤੇਲਾ ਵਿਵਹਾਰ ਨਾ ਕਰੋ, ਆਪਣੀ ਆਕਸੀਜਨ ਪਾਲਿਸੀ ਨੂੰ ਦੁਬਾਰਾ ਵਿਚਾਰ ਕਰੋ। ਕਿਉਂਕਿ ਕੱਲ ਐਡਵੋਕੇਟ ਜਨਰਲ ਪੰਜਾਬ ਦੇ ਅਤੁਲ ਨੰਦਾ ਨੇ ਹਾਈ ਕੋਰਟ ਨੂੰ ਕਿਹਾ ਸੀ ਕਿ ਸਾਨੂੰ ਘੱਟੋ ਘੱਟ 300 ਮੈਟ੍ਰਿਕ ਟਨ ਆਕਸੀਜਨ ਦੀ ਤਤਕਾਲ ਜ਼ਰੂਰਤ ਹੈ, ਜਦ ਕਿ ਸਾਨੂੰ 227 ਮੈਟ੍ਰਿਕ ਟਨ ਹੀ ਹਲੇ ਮੁਹੱਈਆ ਕਰਵਾਈ ਜਾ ਰਹੀ ਹੈ। ਦੂਸਰਾ ਉਹਨਾਂ ਨੇ ਨਾਲ ਦੀ ਨਾਲ ਕਿਹਾ ਵੀ ਪੰਜਾਬ ਅੰਦਰ ਘੱਟੋ ਘੱਟ ਇਮੀਡੀਏਟ 32 ਲੱਖ ਵੈਕਸੀਨ ਚਾਹੀਦੀ ਹੈ, ਜਦ ਕਿ ਉਹਨਾਂ ਨੇ ਪਹਿਲਾਂ ਹੀ ਪੂਨਾ ਦੇ ਸੀਰਮ ਇੰਸਟੀਚਿਊਟ ਨੂੰ ਵੀ ਕਿਹਾ ਹੋਇਆ, ਭਾਰਤ ਦੇ ਬਾਇਓਟੈਕ ਨੂੰ ਵੀ ਕਿਹਾ ਹੋਇਆ। ਹਾਲੇ ਤੱਕ ਇਹ ਵੈਕਸੀਨ ਨਹੀਂ ਆਈ ਤੇ ਪੰਜਾਬ ਅੰਦਰ ਵੈਕਸੀਨ ਦਾ ਵੀ ਕੋਹਰਮ ਮਚ ਚੁੱਕਾ ਕਿ ਵੈਕਸੀਨ ਹਾਲੇ ਆਈ ਨਹੀਂ ਤੇ ਲੋਕਾਂ ਦੀ ਜਿਹੜੀ ਸਿਹਤ ਹੈ ਉਹ ਕਿਸ ਤਰ੍ਹਾਂ ਸਿਹਤਯਾਬ ਹੋਏਗੀ। ਇਹ ਵੀ ਬਹੁਤ ਵੱਡਾ ਸਵਾਲ ਹੈ, ਇਸ ਤੇ ਵੀ ਚਰਚਾ ਕਰਾਂਗੇ। ਤੇ ਨਾਲ ਦੀ ਨਾਲ ਜਿਹੜੇ ਮੁੱਦੇ ਤੇ ਸਰਕਾਰਾਂ ਪਲਟ ਗਈਆਂ ਸੀ ਉਹ ਮੁੱਦਾ ਹਜੇ ਉਦੋਂ ਦਾ ਉਸੇ ਤਰੀਕੇ ਨਾਲ ਹੀ ਪਿਆ ਹੋਇਆ ਕਿ ਬੀਤੇ ਦਿਨੀ ਜਦੋਂ ਪੰਜਾਬ ਸਰਕਾਰ ਨੇ ਸਿੱਟ ਬਣਾਈ ਸੀ, ਆਈਜੀ ਕੁੰਵਰ ਵਿਜੇ ਪ੍ਰਤਾਪ ਨੇ ਜਦੋਂ ਸਿੱਟ ਆਪਣੀ ਜਾਂਚ ਪੂਰੀ ਕਰਕੇ ਮਾਨਯੋਗ ਅਦਾਲਤ ਨੂੰ ਦਿੱਤੀ ਸੀ ਤਾਂ ਉਸ ਮਾਨਯੋਗ ਅਦਾਲਤ ਨੇ ਉਸ ਨੂੰ ਖਾਰਜ ਕਰ ਦਿੱਤਾ ਸੀ ਤੇ ਹੁਣ ਦੁਬਾਰਾ ਪੰਜਾਬ ਸਰਕਾਰ ਨੇ ਨਵੀਂ ਸਿੱਟ ਬਣਾ ਦਿੱਤੀ ਹੈ। ਉਸ ਤੇ ਵੀ ਚਰਚਾ ਕਰਾਂਗੇ। 3 ਮੈਂਬਰੀ ਸਿੱਟ ਬਣ ਚੁੱਕੀ ਆ ਕਿ ਉਹ 3 ਮੈਂਬਰੀ ਸਿੱਟ 6 ਮਹੀਨੇ ਦੇ ਅੰਦਰ ਅੰਦਰ ਅਦਾਲਤ ਨੂੰ ਦੁਆਰਾ ਆਪਣੀ ਜਾਂਚ ਕਰਕੇ ਦੇਗੀ ਕਿ ਉਹ ਜਾਂਚ ਪੂਰੀ ਤਰ੍ਹਾਂ ਨਿਸ਼ਪਕਸ਼ ਹੋਏਗੀ, ਕਿਉਂਕਿ ਪਹਿਲਾ ਸਵਾਲੀਆ ਨਿਸ਼ਾਨ ਪਹਿਲੀ ਜਾਂਚ ਤੇ ਸਿੱਟ ਤੇ ਲੱਗ ਚੁੱਕਾ ਹੈ। ਇਹ ਉੱਤੇ ਵੀ ਸਵਾਲ ਕਰਾਂਗੇ। ਮੇਰੇ ਨਾਲ ਪੈਨਲ ਦੇ ਵਿੱਚ ਸੀਨੀਅਰ ਪੋਲੀਟੀਸ਼ੀਅਨ ਵੀ ਮੌਜੂਦ ਨੇ, ਸੀਨੀਅਰ ਬੁਲਾਰੇ ਵੀ ਮੌਜੂਦ ਨੇ। ਸਭ ਤੋਂ ਪਹਿਲਾਂ ਮੈਂ ਤਾਰਫ ਕਰਾ ਦਵਾਂ ਕਾਂਗਰਸ ਦੇ ਸੀਨੀਅਰ ਬੁਲਾਰੇ ਵਿਨੋਦ ਭਾਰਤੀ ਜੀ, ਬਹੁਤ ਬਹੁਤ ਸਵਾਗਤ ਹੈ ਜੀ। ਦੂਸਰੇ ਸਾਡੇ ਨਾਲ ਜੁੜੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਯੂਥ ਤੇ ਲੁਧਿਆਣਾ ਦੇ ਪ੍ਰਧਾਨ ਤੇ ਮੈਂਬਰ ਯੂਥ ਦੇ ਅਕਾਲੀ ਦਲ ਦੇ ਬਲਜੀਤ ਸਿੰਘ ਛਤਵਾਲ ਜੀ। ਛਤਵਾਲ ਜੀ ਬਹੁਤ ਬਹੁਤ ਸਵਾਗਤ ਹੈ। ਤੇ ਸਾਡੇ ਨਾਲ ਜੁੜੇ ਨੇ ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਰਜਨੀਸ਼ ਧੀਮਾਨ ਜੀ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਭਾਰਤੀ ਜੀ, ਸਭ ਤੋਂ ਪਹਿਲਾਂ ਕਿਉਂਕਿ ਤੁਹਾਡੀ ਸਰਕਾਰ ਆ ਪੰਜਾਬ ਦੇ ਅੰਦਰ, ਪਰ ਇਹ ਕਰੋਨਾ ਮਹਾਮਾਰੀ ਜਦੋਂ ਪਿਛਲੀ ਪਹਿਲਾ ਦੌਰ ਚੱਲਿਆ ਸੀ ਪਿਛਲੇ ਸਾਲ, ਉਦੋਂ ਤਾਂ ਬੜੀ ਵਾਹਵਾ ਖੱਟੀ ਸੀ ਵੀ ਜੋ ਕੁਝ ਕਰਤਾ ਪੰਜਾਬ ਸਰਕਾਰ ਨੇ ਉਹ ਕਿਸੇ ਸੂਬੇ ਨੇ ਨਹੀਂ ਕੀਤਾ। ਤੇ ਲੇਕਿਨ ਹੁਣ ਇਸ ਵੇਲੇ ਕਿਉਂ ਸਵਾਲੀਆ ਨਿਸ਼ਾਨ ਖੜਾ ਹੋ ਗਿਆ। ਔਰ ਦੇਖੋ ਤੁਸੀਂ 10,000 ਤੋਂ ਵੱਧ ਜਿਹੜੀਆਂ ਸਾਡੇ ਪੰਜਾਬ ਦੇ ਅੰਦਰ ਮੌਤਾਂ ਹੋ ਚੁੱਕੀਆਂ ਤੇ 4,25,000 ਤੋਂ ਉੱਪਰ ਵੀ ਡਾਟਾ ਪਹੁੰਚ ਚੁੱਕਿਆ ਕਰੋਨਾ ਦੇ ਪੇਸ਼ੈਂਟ ਦਾ। ਕਿੱਥੇ ਜਾ ਰਹੀ ਹੈ ਸਰਕਾਰ, ਕੀ ਕਰ ਰਹੀ ਹੈ, ਕਿਉਂ ਨਹੀਂ ਠੱਲ ਪਾ ਰਹੀ, ਕਿਉਂ ਨਹੀਂ ਤਰੀਕੇ ਨਾਲ ਕੰਮ ਹੋ ਰਿਹਾ? ਸਿਸਟਮ 'ਚ ਫੇਲਿਅਰ ਸਮਝਦੇ ਹੋ ਜਾਂ ਸਰਕਾਰਾਂ ਕਰਨੀਆਂ ਨਹੀਂ ਚਾਹੁੰਦੀਆਂ? ਮੇਰੇ ਸਾਹਿਬ ਜੀ, ਸਭ ਤੋਂ ਪਹਿਲਾਂ ਤਾਂ ਸਾਰੇ ਮੇਰੇ ਪੈਨਲ 'ਚ ਬੈਠੇ ਸਾਰੇ ਜੀ ਸੱਜਣ ਤੇ ਸੁਣਨ ਵਾਲਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਜਿਹੜਾ ਤੁਸੀਂ ਇਹ ਮੁੱਦਾ ਅੱਜ ਚੱਕਿਆ ਹੈ, ਬੜਾ ਸੈਂਸਿਟਿਵ ਇਸ਼ੂ ਹੈ ਜੀ। ਇਹ ਇਕੱਲੀ ਪੰਜਾਬ ਦੀ ਨਹੀਂ, ਸਾਰੇ ਹਿੰਦੁਸਤਾਨ ਦੀ ਪ੍ਰੋਬਲਮ ਜੀ, ਕਿਉਂਕਿ ਐਸੀ ਪੈਂਡੇਮਿਕ ਹੈ, ਮਹਾਮਾਰੀ ਹੈ ਜੀ, ਜਿਹਦਾ ਮੁਕਾਬਲਾ ਸਾਰੇ ਸੰਸਾਰ ਨੂੰ ਕਰਨਾ ਪੈ ਰਿਹਾ। ਔਰ ਉਹਦੇ ਵਿੱਚ ਚਾਹੇ ਉਹ ਡਿਵੈਲਪਡ ਕੰਟਰੀਜ਼ ਜੀ, ਚਾਹੇ ਡਿਵੈਲਪਿੰਗ ਕੰਟਰੀਜ਼, ਚਾਹੇ ਅੰਡਰ ਡਿਵੈਲਪਿੰਗ ਕੰਟਰੀਜ਼, ਹਰ ਇੱਕ ਨੂੰ ਇਸ ਮੁਸੀਬਤ ਨਾਲ ਦੋ ਚਾਰ ਹੋਣਾ ਪੈ ਰਿਹਾ। ਲੇਕਿਨ ਇਹਦੇ 'ਚ ਇੱਕ ਗੱਲ ਜ਼ਰੂਰ ਹੈ ਕਿ ਕੁਝ ਕੰਟਰੀਜ਼ ਜਿਹੜੇ ਹੈ ਉਹ ਕਰੋਨਾ ਮੁਕਤ ਵੀ ਹੋਏ। ਉਹਨਾਂ
ਦੀਆਂ ਪਾਲਿਸੀਜ਼ ਜਿਹੜੀਆਂ ਨੇ ਉਹ ਪਾਲਿਸੀਜ਼ ਸਾਰਿਆਂ ਨੂੰ ਉਹ ਸਟੱਡੀ ਕਰਨੀਆਂ ਚਾਹੀਦੀਆਂ ਤਾਂ ਕਿ ਆਪਣੇ ਦੇਸ਼ ਲਈ ਜਾਂ ਆਪਣੇ ਦੇਸ਼ ਦੇ ਲੋਕਾਂ ਲਈ ਅਸੀਂ ਕੁਝ ਕਰ ਸਕੀਏ ਜੀ। ਇਹਦੇ ਲਈ ਅਲਰਟਨੈਸ ਬੜੀ ਜ਼ਰੂਰੀ ਹੈ। ਸਮੇਂ ਨੂੰ ਸੰਭਾਲਣਾ ਵੀ ਓਨਾ ਹੀ ਜ਼ਰੂਰੀ ਹੈ। ਜਿਸ ਵਕਤ ਹਿੰਦੁਸਤਾਨ ਦੇ ਇੱਕ ਪਾਰਟੀ ਦੇ ਲੀਡਰ ਨੇ ਕਿਹਾ ਕਿ ਕਰੋਨਾ ਸੁਨਾਮੀ ਦੀ ਤਰ੍ਹਾਂ ਆ ਰਿਹਾ, ਤਾਂ ਉਸ ਵਕਤ ਉਹਨੂੰ ਮਜ਼ਾਕ ਵਿੱਚ ਉਡਾਇਆ ਗਿਆ ਔਰ ਇੱਥੋਂ ਤੱਕ ਕਿ ਹਿੰਦੁਸਤਾਨ ਦੇ ਹੈਲਥ ਮਿਨਿਸਟਰ ਨੇ ਕਿਹਾ ਕਿ ਲੋਕਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜਿਹੜਾ ਕੰਮ ਉਸ ਟਾਈਮ ਕਰਨਾ ਚਾਹੀਦਾ ਸੀਗਾ ਉਹਦੀ ਬਜਾਏ ਇੱਕ ਹੋਰ ਕੰਮ ਕੀਤਾ ਗਿਆ ਜਿਹਦੇ ਨਾਲ 500-700 ਬੰਦਾ ਬਾਹਰੋਂ ਆਇਆ ਔਰ ਉਹ ਬਾਹਰੋਂ ਆ ਕੇ ਇੱਥੇ ਇਹਨਾਂ ਹਿੰਦੁਸਤਾਨ ਦੀ ਸਰਕਾਰ ਔਰ ਜਿਹੜੀ ਰੂਲਿੰਗ ਪਾਰਟੀ ਹੈ ਉਹਨਾਂ ਨੇ ਆਪਣੀ ਵਾਹ ਕਰਾਉਣ ਲਈ ਇੱਕ ਫੰਕਸ਼ਨ ਕੀਤਾ ਜਿਹਦੇ 'ਚ ਹਜ਼ਾਰਾਂ ਬੰਦੇ ਬਾਹਰੋਂ ਆਏ ਔਰ ਆਪਣੀ ਵਾਹ ਕਰਾ ਕੇ ਉਹ ਚਲੇ ਗਏ। ਲੇਕਿਨ ਉਹ ਜਾਣ ਲੱਗੇ ਇੱਥੇ ਕਰੋਨਾ ਦਾ ਪ੍ਰਸਾਦ ਜਿਹੜਾ ਉਹ ਲੋਕਾਂ ਨੂੰ ਦੇ ਦੇ। ਉਹ ਤਾਂ ਸਮਾਨ ਲਿਆ ਗਿਆ। ਉਹਨਾਂ ਨੂੰ ਜਦੋਂ ਉਹਦਾ ਪਤਾ ਲੱਗਿਆ ਜਦੋਂ ਸਾਰੇ ਹਿੰਦੁਸਤਾਨ ਨੂੰ ਘੇਰ ਲਿਆ, ਲੋ ਰਲ ਮਿਲ ਕੇ ਸਾਰਿਆਂ ਨੇ ਮਿਹਨਤ ਕੀਤੀ, ਉਹਦੇ ਤੇ ਕਾਬੂ ਪਾ ਲਿਆ। ਲੇਕਿਨ ਜਿਹੜਾ ਆਉਣ ਵਾਲਾ ਟਾਈਮ ਸੀ ਉਸ ਟਾਈਮ ਨੂੰ ਬਾਰ-ਬਾਰ ਲੋਕਾਂ ਦੇ ਕਹਿਣ ਦੇ ਬਾਵਜੂਦ ਵੀ ਸੰਭਾਲਣ ਦੀ ਕੋਸ਼ਿਸ਼ ਨਹੀਂ ਕੀਤੀ ਗਈ। ਸਿਰਫ ਸਾਰਾ ਟਾਈਮ ਜਿਹੜਾ ਹੈ ਇੱਕ ਐਸੇ ਕੰਮ ਤੇ ਲਗਾ ਦਿੱਤਾ ਗਿਆ ਜਿਹੜਾ ਬਿਨਾਂ ਉੱਥੇ ਰੌਲਾ ਪਾਇਆ, ਬਿਨਾਂ ਇਕੱਠ ਕੀਤਿਆਂ, ਬਿਨਾਂ ਉੱਥੇ ਕੋਈ ਪ੍ਰੋਗਰਾਮਿੰਗ ਤੇ ਲੋਕਾਂ ਨੂੰ ਬਿਨਾਂ ਰੋਕੇ ਉਹ ਕੰਮ ਹੋ ਸਕਦਾ ਸੀਗਾ। ਲੇਕਿਨ ਉੱਥੇ ਹਜ਼ਾਰਾਂ ਦੀ ਤਾਦਾਦ ਵਿੱਚ, ਲੱਖਾਂ ਦੀ ਤਾਦਾਦ ਵਿੱਚ ਲੋਕ ਇਕੱਠੇ ਕੀਤੇ ਗਏ ਔਰ ਈਵਨ ਦੈਨ ਕਿ ਧਾਰਮਿਕ ਸਮਾਰੋਹ ਵੀ ਨਹੀਂ ਰੋਕੇ ਗਏ, ਜਿਹਦੇ ਨਾਲ ਇਹ ਇੱਕਦਮ ਇੱਕ ਅੱਗ ਦੀ ਤਰ੍ਹਾਂ ਉੱਠਿਆ। ਔਰ ਉਸ ਤੋਂ ਬਾਅਦ ਇਸ਼ਾਰਾ ਪੱਛਮ ਬੰਗਾਲ ਵਾਲਾ ਕਿਹਦੇ ਹਾਲਾ ਸਿੱਧੀ ਜੜ ਗੱਲ ਕਰੋ। ਪੱਛਮ ਬੰਗਾਲ ਦੀ ਗੱਲ ਕਰ ਰਹੇ ਹਾਂ ਹੁਣ ਅਸਲ ਮੈਂ ਦੇਖੋ ਗੱਲ ਇਹ ਹੈ ਜਿਹੜੇ ਇਕੱਠ ਨੇ ਨਾ ਕੱਲੇ ਪੱਛਮ ਬੰਗਾਲ 'ਚ ਨਹੀਂ ਹੋਏ, ਉਹ ਤਾਮਿਲਨਾਡੂ 'ਚ ਵੀ ਹੋਏ, ਉਹ ਅਸਾਮ 'ਚ ਵੀ ਹੋਏ, ਉਹ ਕੇਰਲਾ 'ਚ ਵੀ ਹੋਏ। ਅੱਜ ਕੇਰਲਾ ਦੀ ਇੰਨੀ ਮਾੜੀ ਹਾਲਤ ਹੈ ਕਿ ਉਹ ਨੰਬਰ 1 ਤੇ ਆ ਗਿਆ। ਔਰ ਜਿਹੜੀ ਬੰਗਾਲ ਦੀ ਪੋਜੀਸ਼ਨ ਹੈ, ਬੰਗਾਲ ਦਾ ਜਿਹੜਾ ਕਰੋਨਾ ਫੈਲਣ ਦਾ ਰੇਟ ਹੈ 45% ਤੇ ਚਲਾ ਗਿਆ। ਲੇਕਿਨ ਸਰਕਾਰ ਦੇ ਕੰਨ ਤੇ ਜੂੰ ਤੱਕ ਨਹੀਂ ਰਹਿੰਗੀ। ਔਰ ਇਹਨਾਂ ਨੇ ਕੀ ਕੀਤਾ ਕਿ 5 ਕਰੋੜ ਲੋਕਾਂ ਨੂੰ ਉਹ ਲਾਈ ਗਈ ਵੈਕਸੀਨੇਸ਼ਨ ਔਰ 6 ਕਰੋੜ ਯੂਨਿਟ ਜਿਹੜਾ ਐਕਸਪੋਰਟ ਕਰਤਾ ਗਿਆ। ਉਹ 6 ਕਰੋੜ ਦਾ ਘਾਟਾ ਅਸੀਂ ਅੱਜ ਤੱਕ ਪੂਰਾ ਨਹੀਂ ਕਰ ਪਾਏ ਔਰ ਇੱਥੇ ਅੱਜ ਸਾਡੇ ਕੋਲ ਵੈਕਸੀਨੇਸ਼ਨ ਕਰਨ ਲਈ ਸਮਾਨ ਹੈ ਨਹੀਂ। ਇਹਦਾ ਮਤਲਬ ਕੇਂਦਰ ਜ਼ਿੰਮੇਦਾਰ ਹੈ ਸਾਰੇ ਲਈ। ਤੁਸੀਂ ਇਹ ਦੇਖੋ ਗੱਲ ਇਹ ਹੈ ਹਮੇਸ਼ਾ ਕੇਂਦਰ ਨੇ ਹੀ ਰਾਹ ਦਿਖਾਣਾ ਹੁੰਦਾ ਹੈ ਸਟੇਟਾਂ ਨੂੰ ਔਰ ਸਟੇਟਾਂ ਨੇ ਅੱਗੇ ਉਹਨੂੰ ਫਾਲੋ ਕਰਨਾ ਹੁੰਦਾ। ਚਲੋ ਹੁਣ ਆਪਣੇ ਪੰਜਾਬ ਦੀ ਗੱਲ ਕਰ ਲੈਂਦੇ ਆ। ਈਵਨ ਦੈਨ ਕਿ ਜਿਹੜੀ ਆਕਸੀਜਨ ਹੈ, ਆਕਸੀਜਨ ਲੈਣ ਲਈ ਸੁਪਰੀਮ ਕੋਰਟ ਦਾ ਦਰਵਾਜ਼ਾ ਖਟਖਟਾਉਣਾ ਪੈ ਰਿਹਾ। ਉਹ ਤਾਂ ਮੈਂ ਗੱਲ ਪਾਰਸ਼ੀਅਲਿਟੀ ਇੰਨੀ ਗੁਜਰਾਤ 'ਚ ਵੀ ਪੂਰਾ ਹੈ, ਮੱਧ ਪ੍ਰਦੇਸ਼ 'ਚ ਵੀ ਪੂਰਾ ਹੈ, ਲੇਕਿਨ ਦਿੱਲੀ ਨੂੰ ਨਹੀਂ ਦਿੱਤਾ ਜਾ ਰਿਹਾ, ਪੰਜਾਬ ਨੂੰ ਨਹੀਂ ਉਹਦਾ ਹਿੱਸਾ ਦਿੱਤਾ ਜਾ ਰਿਹਾ। ਇਹ ਕਿਸ ਤਰ੍ਹਾਂ ਦੀ ਸਰਕਾਰ ਹੈ, ਸਮਝ ਤੋਂ ਬਾਹਰ ਹੈ। ਚਲੋ ਮੈਂ ਸਤਵਾਲ ਜੀ ਦੀ ਗੱਲ ਕਰਾਂ, ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨੇ। ਹਾਂਜੀ, ਕੀ ਕਹਿਣਾ ਚਾਹੋਗੇ ਤੁਸੀਂ ਅੱਜ ਦੇ ਹਾਲਾਤ ਜੋ ਉਹਨਾਂ ਨੇ ਦੱਸੇ ਆ ਵੀ ਉਹ ਕਹਿੰਦੇ ਵੀ ਕਾਂਗਰਸ ਨੇ ਤਾਂ ਬੜਾ ਕਿਹਾ ਸੀਗਾ ਪਰ ਸਰਕਾਰ ਮੰਨੀ ਨਹੀਂ। ਕੇਂਦਰ ਸਰਕਾਰ ਹੁਣ ਵੀ ਜਿਹੜਾ ਦੇਣ ਹੈ ਉਹ ਕਹਿੰਦੇ ਜੀ ਜਿਹੜੀਆਂ ਰੈਲੀਆਂ ਹੋਈਆਂ, ਪੋਲੀਟੀਕਲ ਚੁਣਾਵ ਹੋਏ, ਉਹਨਾਂ ਦੇ ਦੇਣ ਹੈ। ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ। ਤੇ ਅੱਜ ਪੰਜਾਬ ਦੇ ਕੀ ਹਾਲਾਤ ਹੈ ਕਿ ਪੰਜਾਬ ਇਹਨੂੰ ਕੰਟਰੋਲ ਕਿਉਂ ਨਹੀਂ ਕਰ ਪਾਏ, ਜਦਕਿ ਪੰਜਾਬ ਪਹਿਲਾ ਸੂਬਾ ਸੀ ਜਿਹਨੇ ਪਹਿਲਾਂ ਕੰਟਰੋਲ ਕੀਤਾ ਸੀ। ਬਿਲਕੁਲ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਜਿੱਥੇ ਮੇਰੇ ਸਤਿਕਾਰਯੋਗ ਅੰਕਲ ਭਾਰਤੀ ਜੀ ਨੇ ਗੱਲ ਕੀਤੀ ਹੈ ਕਿ ਸੈਂਟਰ ਸਰਕਾਰ ਦਾ ਇਹ ਦੋਸ਼ ਦੇ ਰਹੇ ਹੈ, ਕੋਈ ਸ਼ੱਕ ਨਹੀਂ ਇਹਦੇ 'ਚ ਕਿ ਜਿੱਥੇ ਸੈਂਟਰ ਦੀ ਸਰਕਾਰ ਦੀ ਬਹੁਤ ਵੱਡੀ ਨਾਕਾਮੀ ਰਹੀ ਹੈ ਕਿ ਮੈਂ ਤਾਂ ਤੁਹਾਨੂੰ ਸ਼ੋਰਟ 'ਚ ਦੱਸਾਂ ਕਿ ਜਦੋਂ ਪਤਾ ਕਿ ਸਾਡੇ ਦੇਸ਼ 'ਚ ਪਹਿਲੀ ਵੇਵ ਖਤਮ ਹੋ ਚੁੱਕੀ ਹੈ, ਸੈਕਿੰਡ ਵੇਵ ਆਣੀ ਹੈ ਔਰ ਸੈਂਟਰ ਸਰਕਾਰ ਦੀ ਬੜੀ ਵੱਡੀ ਜ਼ਿੰਮੇਵਾਰੀ ਸੀ ਕਿ ਦੇਸ਼ ਨੂੰ ਆਉਣ ਵਾਲੇ ਸਮੇਂ 'ਚ ਅਸੀਂ ਕਿੱਦਾਂ ਬਚਾਉਣਾ। ਮੈਂ ਤਾਂ ਸਗੋਂ ਮਹਿਰਾ ਸਾਹਿਬ ਤੁਹਾਡੀ ਉਸ ਗੱਲ ਨਾਲ ਵੀ ਬਹੁਤਾ ਸਹਿਮਤ ਨਹੀਂ ਆ ਕਿ ਪਹਿਲੀ ਵੇਵ 'ਚ ਕਿਤੇ ਨਾ ਕਿਤੇ ਸਰਕਾਰਾਂ ਨੇ ਰੋਕ ਲਿਆ। ਉਹ ਰੁਕਿਆ, ਕੁਦਰਤੀ ਜਿਹੜੀ ਪ੍ਰਕੋਪੀ ਸੀ ਸਾਡੇ ਰੁਕ ਗਈ, ਲੇਕਿਨ ਸਾਡਾ ਉਸ ਸਮੇਂ ਵੀ ਬਹੁਤ ਵੱਡਾ ਨੁਕਸਾਨ ਬਹੁਤ ਵੱਡਾ ਹੋਇਆ। ਆਪਾਂ ਇਹ ਕਹੀਏ ਕਿ ਉੱਥੇ ਅਸੀਂ ਬਚਾਅ ਕਰਕੇ ਲੱਖਾਂ ਲੋਕ ਦੇਸ਼ ਦੇ ਮਰ ਗਏ, ਲੇਕਿਨ ਮੈਂ ਸਮਝਦਾ ਸਰਕਾਰਾਂ ਨੇ ਉਦੋਂ ਵੀ ਸਬਕ ਨਹੀਂ ਲਿਆ। ਉਸ ਤੋਂ ਬਾਅਦ ਜਿੱਥੇ ਸੈਂਟਰ ਦੀ ਸਰਕਾਰ ਨੂੰ ਸੂਬਿਆਂ ਦੀ ਸਰਕਾਰਾਂ ਨੂੰ ਨਾਲ ਲੈ ਕੇ ਚੱਲਣਾ ਸੀ, ਉੱਥੇ ਮੈਂ ਸਮਝਦਾ ਕਿ ਸੈਂਟਰ ਦੀ ਸਰਕਾਰ ਪਹਿਲਾਂ ਬਿਹਾਰ ਇਲੈਕਸ਼ਨ 'ਚ ਬਿਜੀ ਰਹੀ,
ਅਸਾਮ ਇਲੈਕਸ਼ਨ 'ਚ ਬਿਜ਼ੀ ਰਹਿ ਗਈ, ਤਾਮਿਲਨਾਡੂ ਬਿਜ਼ੀ ਰਹਿ ਗਈ, ਸਮੁੱਚੇ ਦੇਸ਼ ਦੀ ਮੈਂ ਸਮਝਦਾ ਸਰਕਾਰ ਉੱਥੇ ਟੋਟਲ ਜਾ ਕੇ ਬੰਗਾਲ 'ਚ ਜਾ ਕੇ ਬਿਜ਼ੀ ਹੋ ਗਈ ਕਿ ਉਹਨਾਂ ਨੂੰ ਪਤਾ ਨਹੀਂ ਕਿ ਸੈਕੰਡ ਵੇਵ ਬੜੀ ਤੇਜ਼ੀ ਨਾਲ ਸਾਡੇ ਦੇਸ਼ 'ਚ ਵੱਧ ਰਹੀ ਹੈ। ਕਿ ਅਸੀਂ ਦੇਸ਼ ਨੂੰ ਮੈਂ ਸਮਝਦਾ ਸਰਕਾਰਾਂ ਜਿਹੜੀਆਂ ਇਲੈਕਸ਼ਨ ਸੂਬਾ ਸਰਕਾਰਾਂ ਬਣੀਆਂ ਸੀ ਉਹ 6-6 ਮਹੀਨੇ ਇਲੈਕਸ਼ਨਾਂ ਪੋਸਟਪੋਨ ਵੀ ਹੋ ਸਕਦੀਆਂ ਸੀ। ਪਹਿਲਾਂ ਦੇਸ਼ ਬਚਾਇਆ ਜਾ ਸਕਦਾ ਸੀ, ਲੋਕ ਬਚਾਏ ਜਾ ਸਕਦੇ ਸੀ। ਇਲੈਕਸ਼ਨਾਂ 6 ਮਹੀਨੇ ਬਾਅਦ ਵੀ ਅਗਰ 6 ਸੂਬਿਆਂ 'ਚ ਹੋ ਜਾਂਦੀਆਂ ਤੇ ਕੋਈ ਵੱਡੀ ਗੱਲ ਨਹੀਂ ਸੀ। ਅੱਜ ਉਹਦਾ ਇਹ ਹੈ ਕਿ ਰੋਜ਼ ਦੀ ਮੈਂ ਸਮਝਦਾ ਜਿਹੜੀ ਐਵਰੇਜ ਹੈ ਸਾਡੀ ਕਰੀਬ 4000 ਦੇ ਕਰੀਬ ਦੇਸ਼ 'ਚ ਰੋਜ਼ ਬੰਦਾ ਮਰ ਰਿਹਾ, 4000 ਦੇ ਕਰੀਬ 200-150 ਤੋਂ ਲੈ ਕੇ 200 ਪੰਜਾਬ 'ਚ ਮਰ ਰਿਹਾ। ਕਿੱਡੀ ਵੱਡੀ ਮੈਂ ਸਮਝਦਾ ਕੁਦਰਤੀ ਸਾਡੇ ਕਹਿਰ ਸਾਡੇ ਨੇ ਢਹਿ ਰਿਹਾ, ਲੇਕਿਨ ਸਰਕਾਰਾਂ ਬੁਰੀ ਤਰ੍ਹਾਂ ਫੇਲ ਰਹੀਆਂ। ਔਰ ਉਸ ਤੋਂ ਬਾਅਦ ਲਾ ਲਓ ਕਿ ਅੱਜ ਮੈਂ ਸਮਝਦਾ ਜਾਂ ਸੈਂਟਰ ਦੀਆਂ ਸਰਕਾਰਾਂ ਜਾਂ ਸੂਬੇ ਦੀ ਸਰਕਾਰਾਂ ਕਿਸੇ ਦਾ ਵੀ ਮੈਂ ਸਮਝਦਾ ਕੋਈ ਉੱਥੇ ਬੰਦੋਬਸਤ ਨਹੀਂ ਹੈ। ਅੱਜ ਦਿੱਲੀ 'ਚ ਲਾ ਲਓ, ਪੰਜਾਬ 'ਚ ਲਾ ਲਓ, ਹਰਿਆਣੇ 'ਚ ਲਾ ਲਓ, ਯੂਪੀ 'ਚ ਲਾ ਲਓ, ਮੈਂ ਸਮਝਦਾ ਕਿ ਜਿੱਥੇ ਟੋਟਲ ਤੇ ਟੋਟਲ ਜੇ ਪੰਜਾਬ ਦੀ ਗੱਲ ਕਰ ਲਈ ਜਾਵੇ ਟੋਟਲ ਤੇ ਟੋਟਲ ਆਪਣਾ ਸਰਕਾਰੀ ਤੰਤਰ ਬੁਰੀ ਤਰ੍ਹਾਂ ਫੇਲ ਹੈ। ਕੋਈ ਹਸਪੀਟਲ ਸਰਕਾਰੀ 'ਚ ਜਾਣ ਦੇ ਰਾਜੀ ਨਹੀਂ ਹੈ। ਪ੍ਰਾਈਵੇਟ ਹਸਪੀਟਲਾਂ 'ਚ ਅਗਰ ਅਸੀਂ ਜਦ ਪੇਸ਼ੈਂਟ ਲੈ ਕੇ ਜਾਂਦੇ ਆ 20,000 ਤੋਂ ਲੈ ਕੇ 30,000 ਦਾ ਰੋਜ਼ ਦਾ ਪੇਸ਼ੈਂਟ ਦਾ ਖਰਚਾ, ਲੇਕਿਨ ਉੱਥੇ ਰੁਪਈਏ ਦੇ ਕੇ ਵੀ ਨਾ ਸਾਨੂੰ ਬੈੱਡ ਮਿਲ ਰਿਹਾ। ਜੇ ਬੈੱਡ ਮਿਲ ਰਿਹਾ ਸਿਫਾਰਸ਼ ਨਾਲ ਤੇ ਉੱਥੇ ਸਾਨੂੰ ਗੈਸ ਨਹੀਂ ਮਿਲ ਰਹੀ। ਜੇ ਗੈਸ ਮਿਲ ਰਹੀ ਹੈ ਤਾਂ ਸਾਨੂੰ ਐਂਟੀਬਾਇਓਟਿਕ ਜਿਹੜੇ ਇੰਜੈਕਸ਼ਨ ਹੈ ਜਿਹੜੇ ਸਾਡੇ ਚੈਸਟ ਨੂੰ ਸਾਫ਼ ਕਰਦੇ ਉਹ ਨਹੀਂ ਮਿਲ ਰਹੇ। ਮੈਂ ਸਮਝਦਾ ਕਿ ਰੁਪਈਏ ਦੇ ਕੇ ਪ੍ਰਾਈਵੇਟ ਹਸਪੀਟਲਾਂ 'ਚ ਅੱਜ ਦੇਸ਼ ਦੀ ਜਨਤਾ ਰੁਲ ਰਹੀ ਹੈ। ਸਰਕਾਰਾਂ ਬੁਰੀ ਤਰ੍ਹਾਂ ਫੇਲ ਹੈ ਕਿ ਇਹਨਾਂ ਨੂੰ ਚਾਹੀਦਾ ਨਹੀਂ ਸੀ ਕਿ ਅਸੀਂ ਇੱਥੇ ਗੈਸ ਦਾ ਪ੍ਰਬੰਧ ਕਰੀਏ, ਬੈੱਡਾਂ ਦਾ ਪ੍ਰਬੰਧ ਕਰੀਏ, ਕਿ ਸਾਰੀ ਸੰਭਾਲ ਕਰੀਏ ਕਿ ਆਉਣ ਵਾਲੀ ਜਿਹੜੀ ਲੜਾਈ ਹੈ ਜਿਹੜੀ ਕਰੋਨਾ ਮਹਾਮਾਰੀ ਦੇ ਨਾਲ ਕਿੱਦਾਂ ਲੜਿਆ ਜਾਵੇ। ਦੇਸ਼ ਦੀ ਔਰ ਸੂਬੇ ਦੀਆਂ ਸਰਕਾਰਾਂ ਮੈਂ ਸਮਝਦਾ ਦੋਨੋਂ ਬੁਰੀ ਤਰ੍ਹਾਂ ਫੇਲ ਹੋਈਆਂ। ਮੈਂ ਕਰਨਾ ਕਹਿੰਦਾ ਜੀ ਦੇਸ਼ ਦੀ ਸਰਕਾਰ ਤੁਹਾਡੀ ਕੇਂਦਰ ਦੀ ਸਰਕਾਰ ਅਤੇ ਉਧਰ ਕਾਂਗਰਸੀ ਸਰਕਾਰ ਦੋਨੋਂ ਫੇਲ ਆ ਇਸ ਕਰੋਨਾ ਨੂੰ ਲੈ ਕੇ, ਕੀ ਕਹਿਣਾ ਚਾਹੋਗੇ? ਇਸ ਤਰ੍ਹਾਂ ਜੀ ਜੋ ਮੇਰੇ ਸਤਿਕਾਰਯੋਗ ਸਾਥੀਆਂ ਨੇ ਗੱਲ ਆਖੀ ਜੀ, ਦੇਸ਼ ਬੜੇ ਦੁਰਭਾਗਪੂਰਨ ਦੌਰ ਚੋਂ ਗੁਜ਼ਰ ਰਿਹਾ ਜੀ, ਔਰ ਜਦੋਂ ਦਾ ਇਹ ਦੌਰ ਸ਼ੁਰੂ ਹੋਇਆ ਜੀ, ਲਗਾਤਾਰ ਇਹਦੇ ਉੱਤੇ ਇੱਕ ਬਹੁਤ ਵੱਡੇ ਤਰੀਕੇ ਨਾਲ ਅਸੀਂ ਰਾਜਨੀਤੀ ਕਰ ਰਹੇ ਹਾਂ। ਅਸੀਂ ਦੋਸ਼ਾਰੋਪਣ ਇੱਕ ਦੂਜੇ ਦੇ ਉੱਤੇ ਹਮੇਸ਼ਾ ਲਗਾਉਣ ਦੀ ਕੋਸ਼ਿਸ਼ ਕਰਦੇ ਹਾਂ, ਲੇਕਿਨ ਅਸੀਂ ਕਦੇ ਪ੍ਰਯਾਸ ਨਹੀਂ ਕਰਦੇ ਦੇਖਣ ਦਾ ਕਿ ਉਹਦੇ ਲਈ ਸਾਡੇ ਅੰਦਰ ਕੋਈ ਸੋਲੂਸ਼ਨ ਜਾਂ ਕੋਈ ਤਰੀਕਾ ਅਸੀਂ ਦੱਸ ਸਕਦੇ ਹਾਂ ਵੀ ਇਹਦਾ ਇਹ ਹੱਲ ਹੋ ਸਕਦਾ। ਬਹੁਤ ਅੱਜ ਤੋਂ ਕੁਝ ਦਿਨ ਪਹਿਲਾਂ ਜਦੋਂ ਬੰਗਾਲ ਦੇ ਚੁਣਾਵ ਚੱਲਦੇ ਸੀ, ਘੁੰਮ ਫਿਰ ਕੇ ਨਾ ਸੂਈ ਹਰ ਡਿਬੇਟ ਦੇ ਵਿੱਚ ਚਲੀ ਜਾਂਦੀ ਆ ਚੁਣਾਵਾਂ ਦੇ ਉੱਤੇ ਜੀ ਕਿ ਚੁਣਾਵ ਜਿੱਥੇ ਹੁੰਦੇ ਨੇ ਹਰ ਇੱਕ ਪੋਲੀਟੀਕਲ ਪਾਰਟੀ ਦਾ ਇਹ ਬਿਆਨ ਹੁੰਦਾ ਸੀ ਕਿ ਚੁਣਾਵ ਜਿੱਥੇ ਹੁੰਦੇ ਨੇ ਉੱਥੇ ਕਰੋਨਾ ਨਹੀਂ ਜਾਂਦਾ। ਮੈਂ ਔਨ ਰਿਕਾਰਡ ਗੱਲ ਕਰ ਰਿਹਾ, ਹਰ ਪੋਲੀਟੀਕਲ ਪਾਰਟੀ ਦਾ ਬਿਆਨ ਸੀ। ਔਰ ਅੱਜ ਦੇਖੋ ਦੌਰ ਐਸਾ ਕਿ ਕਿਸੇ ਵੀ ਪੋਲੀਟੀਕਲ ਪਾਰਟੀ ਨੇ ਚੁਣਾਵ ਆਯੋਗ ਦੇ ਕੋਲ ਇਹ ਦਰਖਾਸਤ ਕੀਤੀ ਹੈ, ਐਪਲੀਕੇਸ਼ਨ ਲਗਾਈ ਕਿ ਇਹ ਚੁਣਾਵਾਂ ਨੂੰ ਆਪਾਂ ਮੁਅੱਤਲ ਕਰ ਦਈਏ। ਅੱਗੇ ਨੂੰ ਪੰਜਾਬ ਦੇ ਚੁਣਾਵ ਆਣੇ ਨੇ, ਪਰਮਾਤਮਾ ਨਾ ਕਰੇ ਅਗਰ ਇਹ ਦੌਰ ਲੰਬਾ ਚੱਲ ਗਿਆ ਜਿਸ ਢੰਗ ਦੇ ਨਾਲ ਅੱਜ ਆ ਰਿਹਾ ਕਿ ਇਹ ਦੌਰ ਲੰਬਾ ਚੱਲੇਗਾ, ਹੋ ਸਕਦਾ ਥਰਡ ਵੇਵ ਆ ਰਹੀ ਹੈ। ਮੈਂ ਆਪਣੇ ਸਤਿਕਾਰਯੋਗ ਸਾਥੀਆਂ ਨੂੰ ਇਹ ਗੱਲ ਪੁੱਛਣਾ ਚਾਹਨਾ ਕਿ ਇਹ ਪੋਲੀਟੀਕਲ ਪਾਰਟੀਆਂ ਇਸ ਤਰ੍ਹਾਂ ਦਾ ਕੋਈ ਚੁਣਾਵ ਆਯੋਗ ਨੂੰ ਦਰਖਾਸਤ ਕਰਨਗੀਆਂ ਕਿ ਪੰਜਾਬ ਦੇ ਚੁਣਾਵ ਮੁਅੱਤਲ ਕਰ ਦਿਓ, ਜਾਂ ਉਸ ਤੋਂ ਬਾਅਦ ਕੋਈ ਹੋਰ ਚੁਣਾਵ ਆ? ਸਾਡੇ ਇੱਥੇ ਹੁਣ ਚੁਣਾਵ ਹੋ ਕੇ ਹਟੇ ਨੇ ਔਰ ਦੇਖੋ ਪੰਚਾਇਤਾਂ ਦੇ ਚੁਣਾਵ ਹੋਏ ਨੇ, ਕਾਰਪੋਰੇਸ਼ਨਾਂ ਦੇ ਚੁਣਾਵ ਹੋਏ ਨੇ। ਸਰਕਾਰਾਂ ਦੇ ਕੋਲ ਚਾਹੀਦੀ ਆ ਪਾਲਿਸੀ। ਉਦੋਂ ਦੂਸਰੀ ਵੇਵ ਨਹੀਂ ਸੀ ਆਈ। ਹਾਂ ਨਹੀਂ, ਮੈਂ ਬਿਲਕੁਲ ਕਹਿ ਰਿਹਾ, ਮੈਂ ਉਸ ਦੀ ਗੱਲ ਨਹੀਂ ਕਰ ਰਿਹਾ, ਮੈਂ ਅੱਜ ਦੀ ਗੱਲ ਕਰੂੰਗਾ। ਮੇਰੀ ਨਾ ਦੇਖੋ, ਮੈਂ ਭਾਰਤੀ ਜੀ ਸਾਡੇ ਬੜੇ ਸਤਿਕਾਰਯੋਗ ਨੇ, ਉਹ ਪਿੱਛੇ ਚਲੇ ਜਾਂਦੇ ਨੇ 2 ਸਾਲ 1.5 ਸਾਲ। ਮੈਂ ਅੱਜ ਦੀ ਗੱਲ ਕਰੂੰਗਾ। ਜੋ ਗੱਲ ਹੈ ਕਿ ਉਹ ਜਦੋਂ ਇਲੈਕਸ਼ਨ ਹੋਏ ਉਸ ਤੋਂ ਬਾਅਦ ਅੱਜ ਪ੍ਰਧਾਨ ਚੁਣੇ ਜਾ ਰਹੇ ਨੇ ਅਲੱਗ-ਅਲੱਗ ਨਗਰ ਪਾਲਿਕਾ ਦੇ ਉਹਨਾਂ ਦੇ, ਤਾਂ ਉੱਥੇ ਇਕੱਠ ਕਿੰਨਾ ਹੋ ਰਿਹਾ? ਕੌਣ ਜਵਾਬ ਦੇ ਆ ਉਹਦੇ ਲਈ? ਕੱਲ ਜੇਤੋਂ ਦੇ ਵਿੱਚ ਪ੍ਰਧਾਨ ਚੁਣਿਆ ਗਿਆ, ਲੁਧਿਆਣੇ ਤੋਂ ਕੈਬਨਿਟ ਮੰਤਰੀ ਉਹਦੇ ਅਬਜ਼ਰਵਰ ਬਣ ਕੇ ਗਏ, ਮੰਨ ਗਏ ਭਾਰਤ ਭੂਸ਼ਣ ਆਸ਼ੂ ਜੀ। ਠੀਕ ਹੈ ਨਾ, ਤੁਹਾਡੇ ਚੈਨਲਾਂ ਨੇ ਇਹਨੂੰ ਕਵਰ ਕੀਤਾ। 200-300 ਬੰਦੇ ਤੋਂ ਜ਼ਿਆਦਾ ਦਾ ਉੱਥੇ ਇਕੱਠ ਕੀਤਾ ਹੋਇਆ। ਇੱਕ ਦੁੱਖ ਦੀ ਘੜੀ ਆ ਜਾਵੇ, ਇੱਕ ਦੁੱਖ ਦੀ ਘੜੀ ਆ ਜਾਵੇ ਤਾਂ 10 ਲੋਕ, ਕਿਸੇ ਦੇ ਸ਼ਾਦੀ ਹੈ ਤਾਂ 10 ਲੋਕ, ਅਸੀਂ ਇਸ ਚੀਜ਼ ਨੂੰ ਐਕਸੈਪਟ ਕਰਦੇ ਹਾਂ। ਹੋਣਾ ਚਾਹੀਦਾ। ਇਹਨੂੰ ਰੋਕਣ ਦੇ ਲਈ ਸਰਕਾਰ ਦੀ ਕਿਸੇ ਵੀ ਪਾਲਿਸੀ ਦੇ ਜੋ ਵੀ ਸਰਕਾਰ ਬਣਾਉਂਦੀ ਹੈ, ਮੈਂ ਉਹਦਾ ਹਮਾਇਤ ਕਰਦਾ, ਸਾਨੂੰ ਉਹਦਾ ਪਾਲਣਾ ਕਰਨੀ ਚਾਹੀਦੀ ਹੈ। ਪਰ
ਉਹ ਜਿਹੜਾ ਪ੍ਰयास ਆ ਉਹ ਸਰਕਾਰ ਨੇ ਵੀ ਤੇ ਦਿਖਾਣਾ ਕਿ ਮੈਂ ਉਸ ਕਾਨੂੰਨ ਨੂੰ ਫਾਲੋ ਕਰ ਰਿਹਾ ਕਿ ਉਹ ਜਨਤਾ ਲਈ ਇਹ ਕਾਨੂੰਨ ਨੇ ਕਿ ਇਹ ਜਿਹੜੀ ਬਿਮਾਰੀ ਆ ਮੰਤਰੀ ਨੂੰ ਨਹੀਂ ਹੋਏਗੀ ਜਾਂ ਡਿਪਾਰਟਮੈਂਟਾਂ ਦੇ ਅਫਸਰਾਂ ਨੂੰ ਨਹੀਂ ਹੋਏਗੀ ਜਾਂ ਜਿਹੜਾ ਪ੍ਰਧਾਨ ਬਣ ਗਿਆ ਉਹਨੂੰ ਨਹੀਂ ਹੋਏਗੀ। ਇਸ ਵੇਲੇ ਮੇਰੀ ਸਤਿਕਾਰਯੋਗ ਆਪਣੇ ਸਾਥੀਆਂ ਨੂੰ ਇਹ ਬੇਨਤੀ ਹੈ ਵੀ ਇਹਦੇ ਉੱਤੇ ਆਪਾਂ ਰਾਜਨੀਤੀ ਕਰਨ ਦੀ ਜ਼ਿਆਦਾ ਜ਼ਰੂਰਤ ਨਹੀਂ। ਦੋਸ਼ਾਰੋਪਣ ਜਿੰਨਾ ਮਰਜ਼ੀ ਕਰ ਲਓ। ਅੱਜ ਸੇਵਾ ਭਾਵ ਦੀ ਲੋੜ ਆ। ਦੇਖੋ ਆਕਸੀਜਨ ਦੀ ਕਮੀ ਆ ਦਿੱਲੀ ਦੇ ਵਿੱਚ ਸਾਬਤ ਹੋ ਰਹੀ ਆ। ਗੁਰਦੁਆਰਾ ਸਾਹਿਬ ਵੱਲੋਂ ਲੋਕਾਂ ਨੂੰ ਆਕਸੀਜਨ ਦਾ ਲੰਗਰ ਲਗਾ ਕੇ ਸੇਵਾ ਕੀਤੀ ਜਾ ਰਹੀ ਹੈ। ਆਕਸੀਜਨ ਕਿੱਥੋਂ ਆ ਰਹੀ ਹੈ? ਸਵਾਲ ਹੈ ਨਾ। ਕਿਤੇ ਆਕਸੀਜਨ ਦੇ ਸਿਲੰਡਰ ਫੜੇ ਜਾਂਦੇ ਨੇ ਕਿਸੇ ਪੋਲੀਟੀਕਲ ਪਾਰਟੀ ਦੇ ਬੰਦਿਆਂ ਕੋਲੋਂ, ਉਹ ਕਿੱਥੋਂ ਆ ਰਹੇ ਨੇ? ਅੱਜ ਅਗਰ ਸਿਸਟਮ ਦੇ ਵਿੱਚ ਕੋਈ ਕਰਪਸ਼ਨ ਹੋ ਰਹੀ ਆ ਜਾਂ ਕਾਲਾਬਾਜ਼ਾਰੀ ਹੋ ਰਹੀ ਆ, ਹਸਪੀਟਲ, ਮੈਂ ਪੰਜਾਬ ਦੇ ਹਸਪੀਟਲਾਂ ਦੀ ਗੱਲ ਕਰਦਾ, ਉਹਦਾ ਜ਼ਿੰਮੇਵਾਰ ਕੌਣ ਹੈ? ਪੰਜਾਬ ਦੇ ਹਸਪੀਟਲ ਦੇ ਵਿੱਚ ਅੱਜ ਜਰਨਲ ਮਰੀਜ਼ ਨੂੰ ਐਡਮਿਸ਼ਨ ਨਹੀਂ ਮਿਲ ਰਹੀ। ਉਹਨਾਂ ਨੇ ਪਾਬੰਦੀ ਲਗਾਤੀ, ਵੱਡੇ ਹਸਪੀਟਲਸ ਨੇ। ਦੱਸੋ ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਸਾਰੇ ਰੂਮ ਖਾਲੀ ਪਏ ਨੇ। ਮੈਂ ਔਨ ਰਿਕਾਰਡ ਗੱਲ ਕਰ ਰਿਹਾ, ਤੁਸੀਂ ਚਲੋ ਆਪਣੀ ਟੀਮ ਲੈ ਕੇ ਜਾਓ। ਸਭ ਤੋਂ ਪਹਿਲਾਂ ਦਯਾਨੰਦ ਮੈਡੀਕਲ ਕਾਲਜ ਨੂੰ ਚੈੱਕ ਕਰੋ। ਮੈਂ ਤੋਂ ਜ਼ਿਆਦਾ ਰੂਮ ਉੱਥੇ ਖਾਲੀ ਪਏ ਨੇ। ਮੈਂ ਉਹਦੇ ਲਈ ਮੈਂ ਬੇਨਤੀ ਕਰਦਾ ਜਵਾਬੀ ਵੀ ਉਹਦੇ ਲਈ ਪ੍ਰਸ਼ਾਸਨ ਨੇ, ਸਰਕਾਰਾਂ ਨੇ ਧਿਆਨ ਦੇਣਾ। ਸਾਨੂੰ ਅਗਰ ਬੈੱਡ ਦੀ ਲੋੜ ਆ ਜਾਂ ਕਿਸੇ ਚੀਜ਼ ਦੀ ਜ਼ਰੂਰਤ ਆ, ਸਾਨੂੰ ਪਾਲਿਸੀ ਬਣਾਉਣ ਦੀ ਜ਼ਰੂਰਤ ਆ। ਅਸੀਂ ਪਾਲਿਸੀ ਬਣਾਈਏ। ਉਹਦੇ ਤੇ ਸਾਨੂੰ ਮਦਦ ਦੀ ਲੋੜ ਆ। ਅਸੀਂ ਰਲ ਮਿਲ ਕੇ ਇੱਕ ਦੂਸਰੇ ਦੀ ਮਦਦ ਵੀ ਕਰਨ ਨੂੰ ਤਿਆਰ ਆ। ਅਸੀਂ ਸਰਕਾਰ ਵੱਲੋਂ ਬਣਾਏ ਹੋਏ ਹਰ ਜੋ ਕਾਨੂੰਨ ਆ, ਨਿਯਮਾਂ ਨੂੰ ਪਾਲਣ ਕਰਨ ਦੀ ਵੀ ਲੋੜ ਆ। ਅਗਰ ਕੇਂਦਰ ਸਰਕਾਰ ਨੇ ਪਿਛਲੀ ਉਹ ਤੋਂ ਸਬਕ ਲੈਂਦੇ ਹੋਏ 8 ਆਕਸੀਜਨ ਦੇ ਪਲਾਂਟ ਲਗਾਉਣ ਲਈ ਪੰਜਾਬ ਸਰਕਾਰ ਨੂੰ ਅੱਜ ਤੋਂ 6 ਮਹੀਨੇ ਪਹਿਲਾਂ ਦਿੱਤੀ ਕੋਈ ਐਪਲੀਕੇਸ਼ਨ ਜਾਂ ਉਹਦੇ ਲਈ ਭੇਜਿਆ, ਅੱਜ ਤੱਕ ਉਹਦੇ ਤੇ ਕੋਈ ਕਾਰਵਾਈ ਨਹੀਂ ਹੋਈ। ਤੇ ਮੈਂ ਤਾਂ ਬੇਨਤੀ ਕਰਾਂ ਜੀ, ਜਿੱਦਾਂ ਇਹਨਾਂ ਨੇ ਗੱਲ ਕੀਤੀ ਹੈ ਕਿ ਇਲੈਕਸ਼ਨ ਕਿਉਂ ਨਹੀਂ ਸੂਬਾ ਸਰਕਾਰਾਂ ਜਾਂ ਸਟੇਟ ਦੀਆਂ ਕੋਈ ਪਾਰਟੀਆਂ ਐਪਲੀਕੇਸ਼ਨ ਦੇ ਕੇ ਇਲੈਕਸ਼ਨ ਕਮਿਸ਼ਨ ਨੂੰ ਕਿਉਂ ਨਹੀਂ ਇਲੈਕਸ਼ਨ ਕੈਂਸਲ ਕਰਾ ਸਕਦੀਆਂ? ਮੈਂ ਸਮਝਦਾ ਕਿ ਇਲੈਕਸ਼ਨ ਕਮਿਸ਼ਨ ਨੂੰ ਵੀ ਦੇ ਸਕਦੀਆਂ, ਸਟੇਟ ਨੂੰ ਵੀ ਦੇਣ। ਕਿਤੇ ਨਾ ਕਿਤੇ ਜੇ 91 ਦੀ ਗੱਲ ਕਰੀਏ, ਜੇ ਉਸ ਸਮੇਂ ਇੱਥੇ ਪੰਜਾਬ 'ਚ ਹਾਲਾਤ ਮਾੜੇ ਸੀ, ਉਦੋਂ ਵੀ ਸਮੇਂ ਦੀ ਸਰਕਾਰ ਨੇ ਇਲੈਕਸ਼ਨ ਪੋਸਟਪੋਨ ਕਰਤੇ ਸੀ। ਅੱਜ ਦੇਸ਼ 'ਚ ਅਗਰ PM ਸਾਹਿਬ ਬੈਠੇ ਆ, ਹਰੇਕ ਚੀਜ਼ ਸਮਰੱਥ ਹੈ ਸਮੁੱਚੀ ਟੀਮ BJP ਦੀ, ਕਿ ਉਹ ਅਸਾਮ, ਬਿਹਾਰ ਜਾਂ ਇੱਥੇ ਤਾਮਿਲਨਾਡੂ ਇਲੈਕਸ਼ਨ ਕੈਂਸਲ ਨਹੀਂ ਕਰ ਸਕਦੇ ਸੀ। ਲੱਖਾਂ ਲੱਖਾਂ ਲੋਕਾਂ ਦਾ ਉੱਥੇ ਇਕੱਠ ਕਰਕੇ ਇੱਕ ਪਾਸੇ ਦਾ ਪੂਰੇ ਦੇਸ਼ 'ਚ ਹਾਏ ਤੋਬਾ ਕੋਵਿਡ। ਔਰ ਮੈਂ ਸਮਝਦਾ ਕਿ ਜਿੱਥੇ PM ਸਾਹਿਬ ਜਾਂ ਅਮਿਤ ਸ਼ਾਹ ਜੀ ਜਾਂਦੇ ਸੀ, ਉੱਥੇ ਲੱਖਾਂ ਲੋਕਾਂ ਦਾ ਇਕੱਠ ਹੁੰਦਾ ਸੀ, ਲੇਕਿਨ ਉੱਥੇ ਕਰੋਨਾ ਨਹੀਂ ਹੁੰਦਾ ਸੀ। ਮੈਂ ਸਮਝਦਾ ਉਹਨਾਂ ਕਰਕੇ ਅੱਜ ਜਿਹੜੀ ਰੇਸ਼ੋ ਹੈ ਕਿ ਉਹਨਾਂ ਸੂਬਿਆਂ 'ਚ ਇਸ ਟਾਈਮ ਸਾਡੇ ਨਾਲੋਂ ਵੱਧ ਕੋਵਿਡ ਚੱਲ ਰਿਹਾ। ਔਰ ਦੂਜੀ ਗੱਲ ਕਿਤੇ ਗੈਸ ਦੀ ਗੱਲ ਕੀਤੀ ਜਾਵੇ, ਅੱਜ ਅਗਰ ਜੇ ਦਿੱਲੀ ਗੁਰਦੁਆਰਾ ਕਮੇਟੀ ਜਾਂ ਸ਼੍ਰੋਮਣੀ ਗੁਰਦੁਆਰਾ ਕਮੇਟੀ ਜਾਂ ਹੋਰ ਮੈਂ ਸਮਝਦਾ ਧਾਰਮਿਕ ਕੋਈ ਵੀ ਜਥੇਬੰਦੀ ਹੈ, ਜੇ ਗੈਸ ਦਾ ਲੰਗਰ ਲਾ ਕੇ ਲੋਕਾਂ ਦੀ ਸੇਵਾ ਕਰ ਰਹੀ ਹੈ, ਜੇ ਮੇਰੇ ਵੀਰ ਨੇ ਗੱਲ ਕੀਤੀ ਹੈ ਕਿ ਉਹ ਕਿਤੇ ਕਾਲਾਬਾਜ਼ਾਰੀ ਹੋ ਰਹੀ ਹੈ ਜਾਂ ਕਿਤੇ 2 ਨੰਬਰ 'ਚ ਆ ਰਹੇ ਹੈ, ਮੈਂ ਸਮਝਦਾ ਕਿ ਸਮੇਂ ਸਰਕਾਰਾਂ ਬੈਠੀਆਂ, ਜੇ ਕੋਈ ਕਿਤੇ ਕਾਲਾਬਾਜ਼ਾਰੀ ਹੋ ਰਹੀ ਹੈ ਤੇ ਜ਼ਰੂਰ ਉਹਨਾਂ ਨੂੰ ਘੇਰਿਆ ਜਾਵੇ, ਉਹਨਾਂ ਨੂੰ ਫੜਿਆ ਜਾਵੇ। ਆਖਰ ਮੇਰੀ ਗੱਲ ਨੂੰ ਫਾਲੋ ਨਹੀਂ ਕੀਤਾ। ਮੈਂ ਇਹ ਕਿਹਾ ਕਿ ਜਦੋਂ ਸਾਡੀਆਂ ਉਹ ਸਮਾਜ ਸੇਵੀ ਸੰਸਥਾ ਦੇ ਕੋਲ ਆਕਸੀਜਨ ਪ੍ਰੋਵਾਈਡ ਹੋ ਰਹੀ ਆ, ਤਾਂ ਹਸਪੀਟਲਾਂ ਦੇ ਕੋਲ ਕਿਉਂ ਨਹੀਂ? ਹਸਪੀਟਲ ਕਾਲਾਬਾਜ਼ਾਰੀ ਕਰ ਰਹੇ ਨੇ। ਹਸਪੀਟਲ ਕਾਲਾਬਾਜ਼ਾਰੀ ਕਰ ਰਹੇ, ਮੈਂ ਚਲੋ ਤੁਹਾਡੇ ਨਾਲ ਸਹਿਮਤ ਹਾਂ। ਆਖਰ ਮੈਂ ਸਮਝਦਾ ਕਿਤੇ ਨਾ ਕਿਤੇ ਸਰਕਾਰਾਂ ਵੀ ਫੇਲ ਹੋਈਆਂ ਜੀ। ਤੁਸੀਂ ਜ਼ਰੂਰ ਇਸ ਗੱਲ ਨੂੰ ਪਰਦਾ ਪਾ ਦਿਓ। ਜੇ ਇੱਕ ਧਾਰਮਿਕ ਸੰਸਥਾ ਅਰੇਂਜਮੈਂਟ ਕਰ ਸਕਦੀ ਹੈ, ਗੈਸ ਦਾ ਓਪਨ ਫ੍ਰੀ ਲੰਗਰ ਲਾ ਸਕਦੀ ਹੈ, ਤੇ ਉੱਥੇ ਸੈਂਟਰ ਸਰਕਾਰਾਂ ਵੀ ਮੈਂ ਸਮਝਦਾ ਗੈਸ ਦਾ ਬੰਦੋਬਸਤ ਕਰ ਸਕਣ। ਅੱਜ ਸਾਡੀ ਮੈਂ ਸਮਝਦਾ ਬੜੀ ਬਦਕਿਸਮਤੀ ਦੇਸ਼ ਦੀ ਕਿ ਸਾਡੀ ਦੇਸ਼ ਦੀ ਰਾਜਧਾਨੀ, ਸਾਡੀ ਕੈਪੀਟਲ ਸਿਟੀ ਦਿੱਲੀ, ਮੈਂ ਨਹੀਂ ਸਮਝਦਾ, ਮੈਂ ਤਾਂ ਵੈਸੇ ਤੁਹਾਨੂੰ ਮੇਰੇ ਜੀਵਨ ਬਾਰੇ ਪਤਾ ਹੈ ਕਿ ਮੈਂ ਕੋਈ ਸਿਆਸੀ ਇਹਦੇ ਬਾਰੇ ਕਦੀ ਵੀ ਚਰਚਾ ਨਹੀਂ ਕਰਦਾ, ਲੇਕਿਨ ਇਹਦੇ 'ਚ ਬੜਾ ਬੁਰਾ ਹਾਲ ਹੈ। ਅੱਜ ਲੋਕ ਕਹਿ ਰਹੇ ਕਿ ਉੱਥੇ ਸਿਆਸਤ ਹੋ ਰਹੀ ਹੈ, ਕਿਤੇ ਨਾ ਕਿਤੇ ਵਿਰੋਧੀ ਧਿਰ ਦੀ ਉੱਥੇ ਸਰਕਾਰ ਹੈ, ਲੇਕਿਨ ਲੋਕਾਂ ਦਾ ਉੱਥੇ ਮੈਂ ਸਮਝਦਾ ਬਹੁਤ ਦੁਰਲਭ ਹੋਇਆ। ਸੋ ਉੱਥੇ ਜ਼ਰੂਰ ਗੈਸ ਵਧਣੀ ਚਾਹੀਦੀ ਹੈ। ਮੈਂ ਕਹਿੰਦਾ ਇਹ ਗੱਲ ਥੋੜੀ ਜਿਹੀ ਰੁਕ ਜਾਏਗੀ। ਬਿਲਕੁਲ ਇਹਨਾਂ ਨੇ ਕਿਹਾ ਵੀ ਸક્ષਮ ਸੈਂਟਰ ਸਰਕਾਰ ਅਗਰ ਉਹ ਚੁਣਾਵ ਰੋਕ ਦੇਵੇ, ਚੁਣਾਵਾਂ ਨੂੰ ਕੈਂਸਲ ਕਰਾ ਦੇਵੇ। ਯੂਪੀ ਦੇ ਵਿੱਚ ਪੰਚਾਇਤਾਂ ਦੇ ਚੁਣਾਵ ਹੋਏ ਸੁਪਰੀਮ ਕੋਰਟ ਦੇ ਆਰਡਰ ਨਾਲ। ਤੁਹਾਡੀ ਜਾਣਕਾਰੀ ਲਈ ਮੈਂ ਦੱਸ ਰਿਹਾ, ਸਮਝੇ ਨਹੀਂ? ਚਲੋ ਮੈਂ ਸਮਝਦਾ ਪੰਚਾਇਤੀ ਕੈਂਸਲ ਹੋ ਗਏ, ਅਗਰ ਸਟੇਟ ਵੀ ਕੈਂਸਲ ਚੁਣਾਵ ਹੋਏ ਦੁਬਾਰਾ ਹੋ ਗਏ, ਹੁਣ ਸੁਪਰੀਮ ਕੋਰਟ ਨੇ ਆਰਡਰ ਕੀਤਾ। ਦੇਖੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਕਿਤੇ ਨਾ ਕਿਤੇ ਸੈਂਟਰ ਸਰਕਾਰਾਂ ਅਗਰ ਹਿੰਮਤ ਕਰਦੀਆਂ ਹੋ ਸਕਦੀਆਂ ਸੀ ਜੀ, ਤੁਸੀਂ ਅੱਜ ਹੋ ਸਕਦੀਆਂ ਸੀ। ਆਉਣ ਵਾਲੇ ਸਮੇਂ 'ਚ ਅਸੀਂ ਪੰਜਾਬ ਦਾ ਭੁੱਲਿਆ
ਉਹਨੂੰ ਰਸਤੇ ਤੇ ਪੈ ਸਕਦਾ, ਅਸੀਂ ਕੱਲ ਨੂੰ ਵੀ ਉਹਨੂੰ ਕਰ ਸਕਦੇ ਆ, ਅੱਗੇ ਨੂੰ ਪਾਰਟੀਆਂ ਦੇ ਬਾਰੇ ਸੋਚ ਸਕਦੀਆਂ, ਫਿਰ ਬਿਲਕੁਲ ਸੋਚਣਾ ਚਾਹੀਦਾ, ਰਾਜਨੀਤੀ ਤੋਂ ਉੱਠ ਕੇ ਇਹ ਕੰਮ ਕਰਨੇ ਚਾਹੀਦੇ ਹਨ। ਸਰਕਾਰ ਜਿਹੜੇ ਸਿਸਟਮ ਚਲਾ ਰਹੀ ਹੈ, ਸਰਕਾਰ ਦਾ ਸਿਸਟਮ ਫੇਲਰ ਆ, ਔਰ ਜੇ ਸੂਬੇ ਦੀਆਂ ਸਰਕਾਰਾਂ ਜਿਹੜੀਆਂ ਹੈਗੀਆਂ ਉਹ ਵਾਕਈ ਜਿਹੜੀਆਂ ਕੇਂਦਰ ਦੀਆਂ ਹਦਾਇਤਾਂ ਤਾਂ ਮੰਨ ਸਕਦੀਆਂ, ਲੇਕਿਨ ਉਹਨਾਂ ਨੇ ਪਹਿਲਾਂ ਹੀ ਕਹਿਤਾ ਸੀ ਕੇਂਦਰ ਨੇ ਵੀ ਸੂਬਾ ਸਰਕਾਰ ਜ਼ਿੰਮੇਦਾਰ ਆ, ਉਹ ਸક્ષਮ ਆ ਆਪਣੇ ਹਾਲਾਤਾਂ ਨੂੰ ਦੇਖ ਕੇ ਕੋਈ ਵੀ ਕਦਮ ਉਠਾ ਸਕਦੀ ਹੈ, ਚਾਹੇ ਲੋਕਡਾਊਨ ਲਾਵੇ ਚਾਹੇ ਜੋ ਮਰਜ਼ੀ ਕਰੇ। ਤੁਹਾਡੇ ਲੁਧਿਆਣਾ ਦੇ ਵਿੱਚ ਹੀ ਮੈਂ ਦੱਸਦਾ ਵੀ ਵਰਤਮਾਨ ਐਸੀ ਜਿਹੜੀ ਇੱਕ ਫਰਮ ਹੈ ਉਸਨੇ ਲਗਾਤਾਰ ਇੱਥੇ ਕੰਮ ਕੀਤਾ ਔਰ 1000 ਤੋਂ ਲੈ ਕੇ 2000 ਤੱਕ 24 ਘੰਟੇ ਸਿਲੰਡਰ ਜਿਹੜਾ ਹੈ ਆਕਸੀਜਨ ਦਾ ਬਣਾਇਆ ਔਰ ਲੋਕਾਂ ਨੂੰ ਦੇ ਰਹੀ ਹੈ। ਔਰ ਇਸ ਤਰੀਕੇ ਨਾਲ ਜਿਹੜੀਆਂ ਬਹੁਤ ਸਾਰੀਆਂ ਸਾਡੇ ਹਿੰਦੁਸਤਾਨ ਦੀ ਇੰਡਸਟਰੀ ਆ ਜਿਹੜਾ ਕੇਂਦਰ ਸਰਕਾਰ ਕੀ ਸੂਬੇ ਸਰਕਾਰ ਵੀ ਜਿੱਥੇ ਹੈਗੇ ਉਹ ਵਧਾ ਸਕਦੀਆਂ, ਕਿਉਂ ਨਹੀਂ ਵਧਾ ਰਹੀਆਂ? ਜੇ ਸਾਡੇ ਲੁਧਿਆਣਾ ਦੇ ਵਿੱਚ ਇੰਡਸਟਰੀ ਵਧਾ ਰਹੀ, ਇਹਦਾ ਮਤਲਬ ਕੋਈ ਸਿਸਟਮ 'ਚ ਕਮੀ ਹੈ, ਕਾਲਾ ਬਾਜ਼ਾਰੀ ਹੋ ਰਹੀ ਹੈ, ਕੀ ਹੋ ਰਹੀ ਹੈ, ਕਿਉਂ ਆਪਣੀ ਸਰਕਾਰਾਂ ਫੇਲ ਹੋ ਰਹੀਆਂ? ਇਸ ਤਰ੍ਹਾਂ ਜਿਹੜੀ ਤੁਸੀਂ ਵਰਤਮਾਨ ਦਾ ਜ਼ਿਕਰ ਕੀਤਾ ਜੀ, ਵਰਤਮਾਨ ਪਹਿਲਾਂ ਸਾਰੀ ਜਿਹੜੀ ਆਕਸੀਜਨ ਹੈ ਉਹ ਇੰਡਸਟਰੀਅਲ ਆਕਸੀਜਨ ਸੀ, ਉਹ ਸਾਰੀ ਇੰਡਸਟਰੀ ਨੂੰ ਸਪਲਾਈ ਕਰਦੀ ਸੀ। ਤਾਂ ਜਿਸ ਵਕਤ ਪੰਜਾਬ ਨੂੰ ਆਕਸੀਜਨ ਦੀ ਜ਼ਰੂਰਤ ਮਹਿਸੂਸ ਹੋਈ, ਉਸੇ ਵਕਤ ਚੀਫ ਮਿਨਿਸਟਰ ਸਾਹਿਬ ਨੇ ਸਪੈਸ਼ਲੀ ਵਰਤਮਾਨ ਗਰੁੱਪ ਨੂੰ ਰਿਕੁਐਸਟ ਕੀਤੀ ਕਿ ਤੁਸੀਂ ਸਾਰੀ ਜਿਹੜੀ ਸਪਲਾਈ ਇੰਡਸਟਰੀਅਲ ਹੈ ਉਹਨੂੰ ਬੰਦ ਕਰਕੇ ਇਹਨੂੰ ਇਧਰ ਹਸਪੀਟਲਸ ਨੂੰ ਸਪਲਾਈ ਕਰੋ। ਔਰ ਉਹਨਾਂ ਨੇ ਇਸ ਗੱਲ ਨੂੰ ਆਨਰ ਕੀਤਾ ਔਰ ਈਵਨ ਐਨ ਕਿ ਡੇ ਬਾਈ ਡੇ ਇਹ ਅੱਜ ਨਹੀਂ ਰੋਜ਼ ਉਹ ਆਪਣੀ ਪ੍ਰੋਡਕਸ਼ਨ ਵਧਾਉਣ ਦੀ ਕੋਸ਼ਿਸ਼ ਕਰ ਰਹੇ, ਉਹ 800-900 ਤੋਂ ਅੱਜ 2000 ਤੱਕ ਪਹੁੰਚ ਗਏ ਔਰ ਉਹ ਪੂਰਾ ਕੋਆਪਰੇਟ ਕਰ ਰਹੇ ਆ। ਇਸ ਤੋਂ ਇਲਾਵਾ ਇੱਕ ਹੋਰ ਹੈਗਾ ਸ਼ਾਇਦ ਉਹ ਜੈਨਸਨ ਪਤਾ ਨਹੀਂ ਕੀ ਨਾਮ ਹੈ ਉਹਨਾਂ ਦਾ, ਉਹਨਾਂ ਨੇ ਵੀ ਉਹ ਕੀਤਾ। ਇਸੇ ਤਰ੍ਹਾਂ ਹੀ ਇੱਕ ਅੰਮ੍ਰਿਤਸਰ ਯੂਨਿਟ ਹੈ, ਫਿਰੋਜ਼ਪੁਰ ਇੱਕ ਹਸਪੀਟਲ ਹੈ, ਉਹਨੂੰ ਐਨਕਰੇਜ ਕੀਤਾ, ਉਹ ਆਪਣੀ ਆਕਸੀਜਨ ਆਪ ਬਣਾ ਰਹੇ ਜੇ ਆਪਾਂ, ਔਰ ਉਹਨਾਂ ਨੂੰ ਇਹ ਕਿਹਾ ਵੀ ਤੁਹਾਨੂੰ ਜੋ ਵੀ ਜ਼ਰੂਰਤ ਪੈਂਦੀ ਹੈ, ਜਿੱਥੇ ਤੱਕ ਸਾਡੀ ਮਦਦ ਦੀ ਜ਼ਰੂਰਤ ਹੈ ਅਸੀਂ ਉਹ ਖੜੇ ਹਾਂ। ਕਿਉਂਕਿ ਜਦੋਂ ਵੀ ਇੱਕਦਮ ਕੋਈ ਮੁਸੀਬਤ ਆਉਂਦੀ ਹੈ, ਮੰਨ ਲਓ ਫਲੱਡ ਹੀ ਆ ਜਾਂਦਾ, ਫਲੱਡ ਦੱਸ ਕੇ ਤਾਂ ਆਉਂਦਾ ਨਹੀਂ, ਰਾਤ ਨੂੰ ਅਸੀਂ ਸੋਨੇ ਆ, ਸਵੇਰੇ ਪਾਣੀ ਗਿੱਟਿਆਂ ਤੋਂ ਗਰਦਨ ਨੈਕ ਤੱਕ ਆ ਜਾਂਦਾ ਪਾਣੀ, ਲੇਕਿਨ ਆਪਾਂ ਉਹਦੀ ਤਿਆਰੀ ਕਰਦੇ ਹਾਂ, ਉਹਨੂੰ ਕਿਸੇ ਨਾ ਕਿਸੇ ਤਰ੍ਹਾਂ ਫੇਸ ਕਰਦੇ ਹਾਂ। ਇਸੇ ਤਰ੍ਹਾਂ ਹੀ ਇਹ ਵੀ ਸਿਸਟਮ ਹੈ। ਲੇਕਿਨ ਅੱਜ ਦੁੱਖ ਦੀ ਗੱਲ ਇਹ ਹੈ ਕਿ ਮੇਰੇ ਵੀਰ ਬੀਜੇਪੀ ਦੇ ਪ੍ਰਵਕਤਾ ਨੇ ਬਾਰ-ਬਾਰ ਆਪਣੀ ਸਰਕਾਰ ਨੂੰ ਸੇਫ ਜ਼ੋਨ ਵਿੱਚ ਲਿਜਾਣ ਦੀ ਕੋਸ਼ਿਸ਼ ਕੀਤੀ ਹੈ। ਜਿੰਨੀ ਮਰਜ਼ੀ ਕੋਸ਼ਿਸ਼ ਕੀਤੀ ਜਾਵੇ, ਇਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੇ ਆਰਡਰ ਦੇ ਨਾਲ ਉੱਥੇ ਯੂਪੀ 'ਚ ਇਲੈਕਸ਼ਨ ਹੋਏ, ਸੁਪਰੀਮ ਕੋਰਟ ਦੇ ਉੱਥੇ ਆਪਣਾ ਕੋਈ ਬੰਦਾ ਤਾਂ ਖੜਿਆ ਹੀ ਨਹੀਂ। ਕਿਸੇ ਬੰਦੇ ਨੇ ਰਿਟ ਕੀਤੀ ਕਿ ਵੀ ਇਹ ਇਲੈਕਸ਼ਨ ਜਿਹੜੇ ਹੈ ਜਾਣਬੁੱਝ ਕੇ ਸਰਕਾਰ ਨਹੀਂ ਕਰਾ ਰਹੀ, ਉਹਨਾਂ ਨੇ ਆਰਡਰ ਕਰਤੇ। ਤੁਸੀਂ ਉੱਥੇ ਪਹੁੰਚਦੇ, ਤੁਸੀਂ ਆਪਣੀ ਪੋਜੀਸ਼ਨ ਨੂੰ ਕਲੀਅਰ ਕਰਦੇ। 577 ਟੀਚਰ ਮਰ ਗਿਆ ਉੱਥੇ ਪੰਚਾਇਤਾਂ ਦੇ ਇਲੈਕਸ਼ਨ ਨੂੰ ਆਰਗੇਨਾਈਜ਼ ਕਰਨ ਵਿੱਚ, ਔਰ ਬਾਰ-ਬਾਰ ਉੱਥੋਂ ਦਾ ਚੀਫ ਮਿਨਿਸਟਰ ਝੂਠ ਨਾਲ ਝੂਠ ਬੋਲੀ ਜਾ ਰਿਹਾ। ਜੇ ਅਸੀਂ ਕਹਿੰਦੇ ਆ ਬਈ ਇਹਨੂੰ ਇਸ ਤਰ੍ਹਾਂ ਕਰ ਲਓ, ਇਹ ਤੁਸੀਂ ਆ ਗਲਤ ਕੰਮ ਕਰ ਰਹੇ ਹੋ, ਇਹਨੂੰ ਠੀਕ ਕਰ ਲਓ, ਤਾਂ ਫਿਰ ਇਹ ਕਿਹਾ ਜਾਂਦਾ ਇਹ ਰਾਜਨੀਤੀ ਕਰ ਰਹੇ ਨੇ। ਦੇਖੋ ਜੇਕਰ ਅਸੀਂ ਗਏ ਸੀ, ਉਸ ਤੋਂ ਬਾਅਦ ਸੁਪਰੀਮ ਕੋਰਟ ਨੇ ਦੁਬਾਰਾ ਆਰਡਰ ਕੀਤਾ, ਜੇਕਰ 577 ਟੀਚਰ ਮਰ ਗਿਆ, ਸਰਕਾਰ ਉਹ ਫਿਗਰ ਹੀ ਲਗਾਈ ਜਾਂਦੀ ਹੈ। ਉਹ ਬਾਰ-ਬਾਰ ਯੂਪੀ ਦਾ ਚੀਫ ਮਿਨਿਸਟਰ ਇਹ ਗੱਲ ਕਹਿ ਰਿਹਾ ਹੈ ਕਿ ਸਾਡੇ ਕੋਲ ਪ੍ਰੋਪਰ ਆਕਸੀਜਨ ਹੈ, ਸਾਡੇ ਕੋਲ ਪ੍ਰੋਪਰ ਵੈਕਸੀਨੇਸ਼ਨ ਹੈ, ਨਾ ਉੱਥੇ ਆਕਸੀਜਨ ਹੈ ਨਾ ਉੱਥੇ ਵੈਕਸੀਨੇਸ਼ਨ ਹੈ। ਮਤਲਬ ਇਹ ਹੈ ਕਿ ਸੱਚਾਈ ਨੂੰ ਛੁਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੀਜੇਪੀ ਸ਼ਾਸਿਤ ਸੂਬਾ ਹੈ ਜਿਹੜਾ ਕਿ ਬਹੁਤ ਵੱਡਾ, ਇੰਡੀਆ ਦਾ ਸਭ ਤੋਂ ਵੱਡਾ ਸੂਬਾ ਗਿਣਿਆ ਜਾਂਦਾ, ਤੇ ਉਹਦੇ ਵਿੱਚ ਮੈਡਮ ਸਾਹਿਬ ਬਹੁਤ ਬੁਰੇ ਹਾਲਾਤ ਆ ਉੱਥੇ। ਤਾਂ ਡੈਥ ਰੇਸ਼ੋ ਇੰਨੀ ਜ਼ਿਆਦਾ ਕਿ ਉੱਥੇ ਤਾਂ ਸੰਸਕਾਰ ਨੂੰ ਵੀ ਲਾਈਨਾਂ ਲੱਗੀਆਂ ਹੋਈਆਂ। ਮੇਰੇ ਸਾਡੇ ਰਿਸ਼ਤੇਦਾਰ ਯੂਪੀ 'ਚ ਬੈਠੇ ਆ, ਉੱਥੇ ਗੱਲ ਕਰਦੇ ਆ ਕਿ ਸੰਸਕਾਰ ਕਰਨ ਨੂੰ ਵੀ ਉੱਥੇ ਟਾਈਮ ਮਿਲ ਰਿਹਾ ਵੀ ਇੰਨੇ ਦੇਸ਼ ਦੇ ਹਾਲਾਤ ਆ। ਸੰਸਕਾਰ ਲਈ ਉੱਤੇ 3 ਦਿਨ ਬਾਅਦ ਵਾਰੀ ਆ ਰਹੀ ਹੈ ਸੰਸਕਾਰ ਲਈ। ਤੁਸੀਂ ਕਹਿੰਦੇ ਅਸੀਂ ਪ੍ਰਬੰਧ ਕਰ ਰਹੇ ਹਾਂ, ਅਸੀਂ ਬਹੁਤ ਵਧੀਆ ਪ੍ਰਬੰਧ ਕਰ ਰਹੇ ਹਾਂ, ਐਡਾ ਮਾੜਾ ਪ੍ਰਬੰਧ ਹੈ ਕਿ ਸੰਸਕਾਰ ਲਈ ਵੀ ਟੋਕਨ ਲੈਣਾ ਪੈ ਰਿਹਾ। ਮਤਲਬ ਆਪਾਂ ਪੇਸ਼ ਕਰਕੇ ਅਸੀਂ ਰੱਬ ਨੂੰ ਜਾਣ ਦੇਣੀ ਹੈ। ਅਸੀਂ ਬਿਲਕੁਲ ਰਾਜਨੀਤੀ ਨਹੀਂ ਕਰ ਰਹੇ, ਅਸੀਂ ਤਾਂ ਇਹ ਕਹਿੰਦੇ ਆ ਪ੍ਰਭੂ ਅੱਗੇ ਪ੍ਰਾਰਥਨਾ ਕਰਦੇ ਆ ਕਿ ਆਓ ਆਪਾਂ ਸਾਰੇ ਰਲ ਮਿਲ ਕੇ ਇਸ ਮੁਸੀਬਤ ਦਾ ਮੁਕਾਬਲਾ ਕਰੀਏ। ਮੇਰੀ ਤਾਂ ਬੇਨਤੀ ਹੈ, ਰਾਜਨੀਤੀ ਜਿਹੜੀ ਹੈ ਉਹ ਰਾਜਨੀਤੀ ਜਿਹੜੀ ਆਲੋਚਨਾ ਹੈ ਉਹਨੂੰ ਰਾਜਨੀਤੀ ਨਾ ਸਮਝਿਆ ਜਾਵੇ। ਚਲੋ ਹੋਣਾ ਕੀ ਚਾਹੀਦਾ, ਮੈਂ ਤਾਂ ਇਹ ਗੱਲ ਕਰਦਾ ਜੀ। ਦੇਖੋ ਸੈਂਟਰ ਦੀ ਸਰਕਾਰ ਨਾਲ ਅਗਰ ਜੇ ਸੂਬੇ ਦੀ ਗੱਲ ਵੀ ਕਰੀਏ, ਕੀ ਹੋਣਾ ਚਾਹੀਦਾ ਅੱਜ ਦਾ ਹੋਣਾ ਚਾਹੀਦਾ ਜੀ। ਦੇਖੋ ਕਿਤੇ ਨਾ ਕਿਤੇ ਜੇ ਸੂਬੇ ਦੀ ਗੱਲ ਕਰ ਲਈ ਜਾਵੇ, ਅੱਜ ਜੇ ਜਿੰਨਾ ਵੀ ਮੈਂ ਸਮਝਦਾ ਕਿ ਆਪਣਾ ਕੋਵਿਡ ਆਪਾਂ ਸਾਰੇ ਲੁਧਿਆਣੇ ਵਾਲੇ ਬੈਠੇ ਆ ਇੱਥੇ, ਕਿ ਆਪਣਾ ਦੇਖੋ
ਪੰਜਾਬ ਸਰਕਾਰ ਦੀ ਜੇ ਗੱਲ ਕਰ ਲਓ, ਕੀ ਪ੍ਰਬੰਧ ਹੈ ਇਹਨਾਂ ਦਾ ਕੋਵਿਡ ਦੇ ਸੰਬੰਧ 'ਚ? ਕੀ ਪ੍ਰਬੰਧ ਹੈ? ਸਿਵਲ ਹਸਪਤਾਲ ਕੋਈ ਪੇਸ਼ੈਂਟ ਜਾ ਕੇ ਰਾਜੀ ਹੈ ਉੱਥੇ? ਉੱਥੇ ਕੋਈ ਇਲਾਜ ਹੈ? ਅੱਜ ਜਿੰਨੇ ਲੋਕ ਜਾ ਰਹੇ ਆ, ਭੱਜ ਰਹੇ ਆ, ਟੋਟਲ ਪ੍ਰਾਈਵੇਟ ਹਸਪਤਾਲਾਂ 'ਚ ਜਾ ਰਹੇ ਆ। ਕੋਈ ਉੱਥੇ ਸਿਵਲ 'ਚ ਅੱਛਾ ਪ੍ਰਬੰਧ ਨਹੀਂ ਹੈ। ਕੋਈ ਸਰਕਾਰ ਦੀ ਕਿਸੇ ਬਿਲਕੁਲ ਗਰੀਬ ਗੁਰਬਾ ਸੋਚਦਾ ਘਰ ਮਾਰ ਜਾਓ, ਨਹੀਂ ਤਾਂ ਉੱਥੇ ਤਾਂ ਉਹਨਾਂ ਨੇ ਗਲਾ ਦੱਬ ਕੇ ਮਾਰ ਦੇਣਾ। ਜੋ ਹਾਲਾਤ ਹੈ ਇਸ ਟਾਈਮ ਸਰਕਾਰੀ ਤੰਤਰ ਬੁਰੀ ਤਰ੍ਹਾਂ ਫੇਲ ਹੈ। ਸਿਵਲ ਹਸਪਤਾਲ ਤੁਸੀਂ ਕਿਸੇ ਨਾਲ ਗੱਲ ਕਰ ਦਿਓ ਵੀ ਇਹਨੂੰ ਕੋਵਿਡ ਦੀ ਪ੍ਰੋਬਲਮ ਹੈ, ਸਿਵਲ 'ਚ ਲੈ ਜਾਓ, ਉਹ ਹੱਥ ਜੋੜਦੇ ਸਾਡੀ ਕਿਸੇ ਹੋਰ ਪਾਸੇ ਮਦਦ ਕਰ ਦਿਓ, ਅਸੀਂ ਸਿਵਲ 'ਚ ਨਹੀਂ ਜਾਣਾ। ਕਿਤੇ ਨਾ ਕਿਤੇ ਮੈਂ ਸਮਝਦਾ ਪੰਜਾਬ ਸਰਕਾਰ ਦੇ ਬੁਲਾਰੇ ਬੈਠੇ ਹੈ ਦੱਸਣ ਕਿ ਸਿਵਲ 'ਚ ਕਿੰਨੇ ਕੁ ਬੈੱਡ ਇਹਨਾਂ ਨੇ ਵਧਾਏ ਆ, ਸਿਵਲ 'ਚ ਕਿੰਨਾ ਕੁ ਅਰੇਂਜਮੈਂਟ ਹੈ, ਕਿੰਨੀ ਕੁ ਸਿਵਲ 'ਚ ਤੁਸੀਂ ਰਿਕਵਰੀ ਕੀਤੀ ਹੈ। ਜਿੱਥੇ ਮੈਂ ਸਮਝਦਾ ਗੈਸ ਕੀ ਚੀਜ਼ ਹੈ ਜੀ, ਇੱਕ ਅਮੀਰ ਸੂਬੇ ਲਈ ਮੈਂ ਸਮਝਦਾ ਗੈਸ ਅੱਜ ਸਾਨੂੰ ਮੌਤਾਂ ਜ਼ਿਆਦੀਆਂ ਹੋ ਰਹੀਆਂ, ਗੈਸ ਦਾ ਪ੍ਰਬੰਧ ਘੱਟ ਹੋ ਰਿਹਾ। ਮੈਂ ਇਸ ਗੱਲ ਨੂੰ ਮੁਬਾਰਕ ਦੇਣਾ ਕਿ ਜਿੱਥੇ ਵਰਧਮਾਨ ਸਟੇਟ ਨੇ ਕਰੀਬ 1500 ਤੋਂ ਲੈ ਕੇ 2000 ਸਿਲੰਡਰ ਬੜੀ ਤੇਜ਼ੀ ਨਾਲ ਦੇ ਕੇ ਲੁਧਿਆਣੇ ਜ਼ਿਲ੍ਹੇ ਦੇ ਹਸਪਤਾਲਾਂ ਨੂੰ ਪ੍ਰੋਵਾਈਡ ਕੀਤੇ ਆ। ਮੈਂ ਸਮਝਦਾ ਕਿ ਉਹ ਵਧਾਈ ਦੇ ਪਾਤਰ ਨੇ। ਲੇਕਿਨ ਕਿਤੇ ਨਾ ਕਿਤੇ ਸਰਕਾਰਾਂ ਨੂੰ ਜਿੱਦਾਂ ਇਹਨਾਂ ਨੇ ਗੱਲ ਕੀਤੀ, ਕੋਈ ਫਲੱਡ ਨਹੀਂ ਆ ਗਿਆ, ਫਲੱਡ ਨਹੀਂ ਹੈ। ਇਹ 2020 ਮਾਰਚ ਦੀ ਆਪਾਂ ਨੂੰ ਕੋਵਿਡ ਦੀ ਦੇਣਾ, ਆਪਾਂ ਨੂੰ ਚਾਹੀਦਾ ਸੀ ਕਿ ਆਪਾਂ ਸੂਬਿਆਂ ਦੇ ਜਿਹੜੇ ਸਰਕਾਰੀ ਹਸਪਤਾਲ ਹੈ ਇਹਨਾਂ ਨੂੰ ਵਧੀਆ ਅਰੇਂਜਮੈਂਟ ਨਾਲ ਲੈਂਸ ਕਰਕੇ ਆਪਾਂ ਤਿਆਰੀ ਰੱਖੀਏ, ਚਾਹੇ ਗੈਸ ਦੀ ਹੈ, ਚਾਹੇ ਬੈੱਡ ਦੀ ਹੈ, ਆਕਸੀਜਨ ਜਿਹੜੀ ਮਸ਼ੀਨਰੀ ਹੈ, ਸਾਰੀ ਸੈਟਿੰਗ ਕਰਕੇ ਲੋਕਾਂ ਨੂੰ ਕੀਤੀ ਜਾਵੇ। ਮੈਂ ਸਮਝਦਾ ਬੁਰਾ ਹਾਲ ਹੈ। ਇਸ ਤੇ ਕੰਕਲੂਡ ਕਰੋ ਕੀ ਹੋਣਾ ਕੀ ਚਾਹੀਦਾ ਜੇ ਆਪਾਂ ਰਾਜਨੀਤੀ ਨੂੰ ਛੱਡ ਕੇ ਕੀ ਕਰਨਾ ਚਾਹੀਦਾ, ਕਿਉਂਕਿ ਇਸ ਵੇਲੇ ਜਿਹੜੇ ਪ੍ਰਾਈਵੇਟ ਹਸਪਤਾਲ ਦੀ ਵੀ ਗੱਲ ਕੀਤੀ ਹੈ, ਪ੍ਰਾਈਵੇਟ ਹਸਪਤਾਲ ਦੀ ਡੇਲੀ ਕੰਪਲੇਂਟਸ ਆ ਰਹੀਆਂ, ਹਰ ਬੰਦਾ ਕਹਿ ਰਿਹਾ ਲੁੱਟ ਹੋ ਰਹੀ ਹੈ, ਕਸੁੱਟ ਹੋ ਰਹੀ ਆ, ਲੱਖਾਂ ਦੇ ਬਿੱਲ ਬਣ ਰਹੇ ਆ, ਫਿਰ ਵੀ 30,000 ਦਾ ਪਰ ਡੇ ਖਰਚਾ ਜੀ, ਫਿਰ ਵੀ ਉਹਨਾਂ ਦਾ ਜੀ ਨਹੀਂ ਬਚ ਰਿਹਾ। ਸਭ ਤੋਂ ਵੱਡੀ ਪ੍ਰੋਬਲਮ ਇਹ ਆ ਰਹੀ ਹੈ। ਕੀ ਕਹਿਣਾ ਚਾਹੋਗੇ? ਇਹ ਸਰਕਾਰਾਂ ਫੇਲਰ ਆ, ਸਿਸਟਮ ਫੇਲਰ ਆ, ਕਿਹਦੀ ਫੇਲਰ ਕਹਿੰਦੇ ਹੋ? ਮੇਰਾ ਜੀ ਇਸ ਤਰ੍ਹਾਂ ਬੇਨਤੀ ਹੈ ਵੀ ਇਹ ਜੋ ਪਾਲਿਸੀਜ਼ ਅਸੀਂ ਬਣਾ ਰਹੇ ਹਾਂ ਨਾ, ਉੱਥੇ ਕਿਤੇ ਨਾ ਕਿਤੇ ਉਹ ਪਾਲਿਸੀਜ਼ ਲਾਗੂ ਨਹੀਂ ਹੋਣੀਆਂ। ਮੈਂ ਸਰਕਾਰਾਂ ਦੀ ਕਿਸੇ ਦੀ ਨੀਅਤ ਤੇ ਸ਼ੱਕ ਨਹੀਂ ਕਰਦਾ, ਉਹ ਅੱਛੀ ਨੀਅਤ ਨਾਲ ਕੋਈ ਵੀ ਪਾਲਿਸੀ ਬਣਾ ਰਹੇ ਨੇ, ਲੇਕਿਨ ਉਹ ਪਾਲਿਸੀਜ਼ ਨੂੰ ਲਾਗੂ ਨਹੀਂ ਕਰ ਰਹੇ, ਉਹ ਲਾਗੂ ਹੋ ਨਹੀਂ ਪਾ ਰਹੀਆਂ। ਉਹ ਐਡਮਿਨਿਸਟ੍ਰੇਸ਼ਨ ਇਹਨਾਂ ਦੇ ਕਹਿਣੇ 'ਚ ਨਹੀਂ ਜਾਂ ਉਹ ਕੰਮ ਨਹੀਂ ਕਰ ਰਹੀ। ਪ੍ਰਾਈਵੇਟ ਹਸਪੀਟਲਾਂ ਨੇ ਜੋ ਕਹਿਰ ਮਚਾਇਆ ਹੋਇਆ, ਜੋ ਰੋਜ਼ ਦਾ ਬਿੱਲ ਭਰਨਾ, ਉਸ ਤੋਂ ਇਲਾਵਾ ਦੇਖੋ ਮੇਰੇ ਇੱਕ ਦੋਸਤ ਦਾ ਫੋਨ ਆਇਆ ਦਿੱਲੀ ਤੋਂ, ਉਹਨਾਂ ਨੇ ਲੁਧਿਆਣੇ ਇੱਕ ਪ੍ਰਾਈਵੇਟ ਹਸਪੀਟਲ ਨੂੰ ਫੋਨ ਕਰਕੇ ਐਡਮਿਸ਼ਨ ਦੇ ਲਈ ਜ਼ਿਕਰ ਕੀਤਾ। ਹਾਲ ਉਹਨਾਂ ਦੀ ਉੱਥੇ ਵਾਕ ਵੀ ਸੀ। ਉਹਨਾਂ ਨੇ ਕਿਹਾ 3 ਲੱਖ ਆਪਣਾ ਅਕਾਊਂਟ ਨੰਬਰ ਦਿੱਤਾ, ਇਹਦੇ ਵਿੱਚ 3 ਲੱਖ ਰੁਪਇਆ ਜਮ੍ਹਾਂ ਕਰਾ ਦਿਓ, ਉਸ ਤੋਂ ਬਾਅਦ ਮੈਂ ਐਡਮਿਸ਼ਨ ਤੁਹਾਨੂੰ ਮੈਂ ਬੁਲਾ ਰਿਹਾ। ਤਾਂ ਇਸ ਹਾਲਾਤ ਦੇ ਵਿੱਚ ਦੇਖੋ, ਇਹਦੇ ਵਿੱਚ ਮੈਂ ਕਿਸੇ ਸਰਕਾਰ ਨੂੰ ਨਹੀਂ ਕਹਿ ਰਿਹਾ ਵੀ ਕੋਈ ਸਰਕਾਰ ਦਾ ਜਾਂ ਹੋਰਾ, ਇਹ ਜੋ ਸਿਸਟਮ ਆ ਇਹਨੂੰ ਰੋਕਣਾ, ਇਹਦੇ ਤੇ ਪਾਬੰਦੀ ਲਗਾਣੀ। ਜਿਹੜੇ ਵੱਡੇ ਹਸਪੀਟਲ ਨੇ, ਮੈਂ ਇੱਕ ਹਸਪੀਟਲ ਦਾ ਨਾਮ ਤੁਹਾਡੇ ਕੋਲ ਪਹਿਲਾਂ ਲਿਆ, ਉਸ ਹਸਪੀਟਲ ਦੇ ਵਿੱਚ ਹੋਰ ਵੱਡੇ ਹਸਪੀਟਲਾਂ ਨੇ ਐਡਮਿਸ਼ਨਾਂ ਬੰਦ ਕੀਤੀਆਂ ਹੋਈਆਂ ਨੇ, ਰੂਮ ਖਾਲੀ ਪਏ ਨੇ, ਵੀਆਈਪੀ ਰੱਖਿਆ, ਵੀਆਈਪੀ ਨੂੰ ਵੀ ਨਹੀਂ ਮਿਲ ਰਿਹਾ ਜੀ। ਬੜੀ ਉਹਦੇ ਚ ਆ ਰਹੀ ਆ ਕਿ ਉਹ ਰੂਮਸ ਉਹਨਾਂ ਨੇ ਖਾਲੀ ਛੱਡ ਕੇ ਰੱਖ ਲਏ ਆ। ਕਿਸ ਲਈ ਰੱਖੇ ਆ, ਇਹ ਉਹਨਾਂ ਦੀ ਮਾਨਸਿਕਤਾ ਉਹ ਦੱਸ ਸਕਦੇ ਨੇ, ਜਵਾਬ ਦੇ ਸਕਦੇ ਨੇ। ਮੈਂ ਚਾਹੂੰਗਾ ਵੀ ਤੁਸੀਂ ਜਾ ਕੇ ਉਹਨਾਂ ਨੂੰ ਪੁੱਛੋ ਵੀ ਆਪਣੇ ਰੂਮ ਚੈੱਕ ਕਰਾਓ ਸਾਨੂੰ, ਠੀਕ ਹੈ ਨਾ। ਇਹ ਹਾਲਾਤ ਜਿਹੜੇ ਨੇ, ਇਹਦੇ ਲਈ ਜਿਹੜਾ ਪ੍ਰਸ਼ਾਸਨ ਦੇ ਅਧਿਕਾਰੀ ਨੇ, ਸਿਵਲ ਸਰਜਨ ਨੇ, ਡੀਸੀ ਸਾਹਿਬ ਨੇ, ਉਹਨਾਂ ਨੂੰ ਦੇਖੋ ਅੱਜ ਮੁੱਖ ਮੰਤਰੀ ਸਾਹਿਬ ਨੇ ਡੀਸੀ ਨੂੰ ਆਰਡਰ ਕਰਤੀ ਹੈ ਵੀ ਤੁਸੀਂ ਆਪਣੇ ਜ਼ਿਲ੍ਹੇ ਦੇ ਮਾਲਕ ਹੋ, ਸਰਕਾਰਾਂ ਆਪਣੇ ਸੂਬੇ ਦੀਆਂ ਮਾਲਕ ਨੇ। ਸਾਡਾ ਜ਼ਿੰਮੇਵਾਰੀ ਤਾਂ ਫਿਕਸ ਕਰਨੀ ਨਾ, ਜ਼ਿੰਮੇਵਾਰੀ ਜਿਹੜੀ ਆ ਪੰਜਾਬ ਦੇ ਪ੍ਰਤੀ, ਪੰਜਾਬ ਦੇ ਲੋਕਾਂ ਦੇ ਪ੍ਰਤੀ ਅਸੀਂ ਜੋ ਯੋਗਦਾਨ ਪਾ ਸਕਦੇ ਆ, ਅਸੀਂ ਉਹਦੇ ਲਈ ਤਿਆਰ ਆ ਔਰ ਅਸੀਂ ਕੰਮ ਕਰਨ ਨੂੰ ਤਿਆਰ ਆ। ਸਾਰੀਆਂ ਸਮਾਜ ਸੇਵੀ ਸੰਸਥਾਵਾਂ ਕਰ ਰਹੀਆਂ ਨੇ, ਲੇਕਿਨ ਜਿਹੜੀ ਪਾਲਿਸੀ ਸਰਕਾਰ ਬਣਾਵੇ ਉਹਦੇ ਤੇ ਆਪ ਵੀ ਪਹਿਰਾ ਦੇਵੇ, ਤਾਂ ਹੀ ਦੂਜੇ ਲੋਕ ਉਹਨਾਂ ਨੂੰ ਦੇਖਾ ਦੇਖੀ ਪਹਿਰਾਦਾਰੀ ਕਰਨਗੇ। ਚਲੋ ਦੇਖਦੇ ਹੁਣ ਕੀ ਸਰਕਾਰਾਂ ਦਾ ਪ੍ਰਸ਼ਾਸਨ ਜਿਹੜੀਆਂ ਲਾਸਟ ਐਸੀ ਕਿਹੜੀ ਪਾਲਿਸੀ ਹੈ, ਐਸਾ ਕਿਹੜਾ ਸੈਂਟਰਲ ਗਵਰਨਮੈਂਟ ਨੇ ਆਦੇਸ਼ ਦਿੱਤਾ ਜਿਹਨੂੰ ਸਟੇਟ ਗਵਰਨਮੈਂਟ ਨੇ ਨਹੀਂ ਮੰਨਿਆ? ਸਵਾਲ ਦੇਖੋ ਫਿਰ ਭਾਰਤੀ ਜੀ ਨਾ ਉਹਦੇ ਚ ਫਸ ਜਾਂਦੇ ਆ। ਤੁਸੀਂ ਦੇਖੋ, ਮੈਂ ਇੱਕ ਗੱਲ ਬੇਨਤੀ ਕਰਦਾ ਵੀ ਸੈਂਟਰ ਗਵਰਨਮੈਂਟ ਔਰ ਪੰਜਾਬ ਗਵਰਨਮੈਂਟ ਦਾ ਕੋਈ ਮੁੱਦਾ ਨਹੀਂ ਇਹਦੇ ਵਿੱਚ। ਸੈਂਟਰ ਗਵਰਨਮੈਂਟ ਨੇ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਗੱਲ ਕਹਿਤੀ ਕਿ ਸੈਂਟਰ ਗਵਰਨਮੈਂਟ ਨੇ ਸਾਰੀਆਂ ਪਾਵਰਾਂ ਸਟੇਟ ਗਵਰਨਮੈਂਟ ਨੂੰ ਕਹਿਤਾ, ਹਾਈ ਕੋਰਟ ਨੇ ਵੀ ਮਹਿਸੂਸ ਕੀਤਾ ਆਪਣੇ ਇਲਾਕੇ ਦੇ ਅਕੋਰਡਿੰਗ ਤੁਸੀਂ ਆਪਣੇ ਇਲਾਕੇ 'ਚ ਪ੍ਰਬੰਧ ਕਰੋ। ਔਰ ਸਟੇਟ ਗਵਰਨਮੈਂਟਾਂ ਕਰ ਵੀ ਰਹੀਆਂ ਨੇ। ਉਹਨਾਂ ਦੀ ਮਾਨਸਿਕਤਾ 'ਚ ਮੈਂ ਨਹੀਂ ਸਮਝਦਾ ਵੀ ਕਿਸੇ ਦਾ ਜ਼ਮੀਰ ਮਰਿਆ ਹੋਏਗਾ ਵੀ ਉਹ ਸਹੀ ਨਹੀਂ ਕਰ ਰਿਹਾ। ਕਮੀ ਤਾਂ ਹੈ ਨਾ, ਲੋਕ ਮੰਨ ਰਹੇ ਆ ਜਿਹੜੀ ਕਮੀ ਆ ਰਹੀ ਆ, ਮੈਂ ਹੁਣ ਇਹਨਾਂ ਨੂੰ ਦੱਸ ਰਿਹਾ ਕਿ ਕਮੀ ਕਿੱਥੇ ਆ ਰਹੀ ਆ। ਤੁਸੀਂ ਜਿਹੜੇ ਕਾਨੂੰਨ ਬਣਾਏ ਨੇ, ਕੀ ਤੁਸੀਂ ਉਹਨਾਂ ਕਾਨੂੰਨਾਂ ਨੂੰ ਫਾਲੋ ਕਰ ਰਹੀ ਹੈ? ਮੈਂ ਪੁੱਛਦਾ, ਜਿਹੜੀ ਸਟੇਟ ਗਵਰਨਮੈਂਟ ਆ ਉਹਨਾਂ ਕਾਨੂੰਨਾਂ ਨੂੰ ਫਾਲੋ ਕਰ ਰਹੀ ਹੈ? ਮੈਂ ਪਹਿਲੇ ਆਪਣੇ ਸ਼ਬਦਾਂ 'ਚ ਕਿਹਾ ਸੀ, ਜਿੱਥੇ 10 ਲੋਕ ਜਾਣੇ ਚਾਹੀਦੇ ਆ, ਉੱਥੇ ਅਗਰ ਕਾਂਗਰਸ ਦਾ ਪ੍ਰੋਗਰਾਮ ਆ, ਕਾਂਗਰਸ ਕੁਝ ਕਰ ਰਹੀ ਹੈ ਤਾਂ ਉੱਥੇ 100 ਬੰਦਾ ਇਕੱਠਾ ਹੋ ਰਿਹਾ, ਉੱਥੇ 200 ਹੋ ਰਿਹਾ। ਤੁਸੀਂ ਲੋਕਾਂ ਦੇ ਉੱਤੇ ਪਰਚੇ ਦਰਜ ਕਰ ਰਹੇ ਹੋ ਤੇ ਤੁਸੀਂ ਆਪਣੇ ਖੁੱਲ੍ਹਾ ਪ੍ਰੋਗਰਾਮ ਕਰ ਰਹੇ ਹੋ।
ਤੁਹਾਡੇ ਕੋਲ ਇਹਨਾਂ ਗੱਲਾਂ ਦਾ ਜਵਾਬ ਹੈ? ਮੈਂ- ਤੁਸੀਂ ਜਨਤਾ ਨੂੰ ਜਵਾਬ ਦੋਗੇ ਨਾ ਗੱਲਾਂ ਦਾ? ਇਸ ਤੋਂ ਵੱਡੀ ਰਾਜਨੀਤੀ ਤੁਸੀਂ ਹੋਰ ਕੀ ਕਰੋਗੇ ਜਨਤਾ ਦੇ ਨਾਲ? ਗੱਲ ਇਹ ਹੈ ਕਿ ਜਿੱਥੇ ਵੀ ਕਿਤੇ ਇਸ ਤਰ੍ਹਾਂ ਅਨਆਥੋਰਾਈਜ਼ਡ ਕੱਟ ਹੋਇਆ ਉੱਥੇ ਪਰਚੇ ਦਰਜ ਹੋਏ ਆ। ਦੱਸੋ ਮੈਨੂੰ ਕੱਲ ਬਾਤ ਪੁੱਛਣਾ ਜੀ ਜਿਹਦੇ ਤੇ ਪਰਚਾ ਦਰਜ ਹੋਇਆ। ਮੈਂ ਇਹ ਤਾਂ ਗੱਲ ਦੀ ਗੱਲ ਕੀਤੀ ਹੈ ਨਾ ਤੁਸੀਂ, ਕੋਈ ਨਹੀਂ ਇੱਕ ਦੋ ਦਿਨ ਤੁਹਾਨੂੰ ਚਲੋ ਮੈਂ ਇਹ ਕਹਿਣਾ ਕਿ ਮਹਿਰਾ ਸਾਹਿਬ ਗੱਲ ਨੂੰ ਆਪਣੇ ਟੌਪਿਕ ਨੂੰ ਮੁਕਾਈਏ ਤੁਸੀਂ ਇਹਨਾਂ ਪਾਲਿਸੀਆਂ ਨੂੰ ਆਪ ਦੇਖੋ, ਆਪ ਛੱਡੋ। ਰੋਪੜ 'ਚ ਇੱਕ ਕਾਉਂਸਲਰ ਤੇ ਕੌਂਸਲਰ ਨੇ ਕੱਟ ਕੀਤਾ ਹੋਇਆ ਸੀ ਤੇ ਦੁਕਾਨਦਾਰਾਂ ਦਾ, ਉਹਦੇ ਤੇ ਪਰਚਾ ਦਰਜ ਹੋਇਆ। ਲੁਧਿਆਣੇ ਪਰਚੇ ਦਰਜ ਹੋਇਆ, ਵਪਾਰੀਆਂ ਦੇ ਹੋਏ ਪਰਚੇ। ਗੱਲ ਵਪਾਰ ਮਹਿਰਾ ਸਾਹਿਬ ਮੈਂ ਸਮਝਦਾ ਕਿ ਪਰਚੀਆਂ ਤੋਂ ਇਲਾਵਾ ਸਿਆਸੀ ਗੱਲ ਤੋਂ ਉੱਪਰ ਉੱਠ ਕੇ ਸਰਕਾਰਾਂ ਨੂੰ, ਸੂਬਾ ਸਰਕਾਰ ਨੂੰ ਹਸਪੀਟਲਾਂ ਨੂੰ ਲੱਥ ਪਾਣੀ ਚਾਹੀਦੀ ਹੈ, ਲੋਕਾਂ ਦੇ ਇਲਾਜ ਵੱਲ ਤਵੱਜੋ ਦੇਣੀ ਚਾਹੀਦੀ ਹੈ। ਇਹਨਾਂ ਦੇ ਮਿਨਿਸਟਰ, ਇਹਨਾਂ ਦੇ ਐਮਐਲਏ, ਇਹਨਾਂ ਦੇ ਕਾਉਂਸਲਰ, ਐਮਪੀ ਇਹਨਾਂ ਦੇ ਬਾਹਰ ਨਿਕਲ ਕੇ ਲੋਕਾਂ 'ਚ ਜਾਣ ਜਿੱਥੇ ਕਿ ਹਸਪੀਟਲਾਂ 'ਚ ਪ੍ਰੋਬਲਮ ਆ ਰਹੀ ਹੈ। ਜਿੱਦਾਂ ਗੱਲ ਕਰ ਰਹੇ ਮੇਰੇ ਵੀਰ ਬੀਜੇਪੀ ਦੇ ਬੁਲਾਰੇ ਕਿ ਕਈ ਪ੍ਰਾਈਵੇਟ ਰੂਮ ਖਾਲੀ ਪਏ ਆ, ਕਈ ਬੈੱਡ ਖਾਲੀ ਪਏ ਆ ਕਿ ਉੱਥੇ ਨਹੀਂ ਦਿੱਤੇ ਜਾ ਰਹੇ। ਉਹਦਾ ਮਤਲਬ ਇਹੀ ਹੈ ਨਾ ਕਿ ਉੱਥੇ ਰੁਪਈਆਂ ਦਾ ਨਾਪ ਤੋਲ ਹੋ ਰਿਹਾ, ਉੱਥੇ ਪੁੱਛਿਆ ਜਾ ਰਿਹਾ ਤੂੰ ਕਿੰਨੇ ਰੁਪਏ ਖਰਚ ਦੇਂਗਾ। ਆਖਰ ਸਮੇਂ ਦੀ ਮਿਨਿਸਟਰੀ, ਸਮੇਂ ਦੀ ਜਿਹੜੀ ਪ੍ਰਸ਼ਾਸਨ ਹੈ, ਡੀਸੀ ਸਾਹਿਬ ਕੀ ਕਰ ਰਹੇ ਆ? ਜਾਣ ਉੱਥੇ ਜਿਹੜੇ ਕਿ ਛੋਟੇ ਦੁਕਾਨਦਾਰਾਂ ਨੂੰ, ਆਮ ਲੋਕਾਂ ਨੂੰ, ਰੇਹੜੀਆਂ ਵਾਲਿਆਂ ਨੂੰ ਡੀਸੀ ਸਾਹਿਬ ਆਦੇਸ਼ ਦਿੰਦੇ ਆ ਜਾ ਕੇ ਵੱਡੇ ਹਸਪੀਟਲਾਂ ਨੂੰ ਰੋਕਣ, ਉੱਥੇ ਜਿਹੜੇ ਕੋਈ ਬੈੱਡ ਖਾਲੀ ਹੈ ਲੋੜਵੰਦ ਲੋਕਾਂ ਨੂੰ ਬੈੱਡ ਦੇਣ। ਔਰ ਦੂਜਾ ਸਟੇਟ ਸਰਕਾਰ ਕਿਤੇ ਨਾ ਕਿਤੇ ਇਹਦਾ ਰੇਟ ਘਟਾਵੇ, ਜਿੱਥੇ 20 ਤੋਂ 25,000 30,000 ਰੁਪਇਆ ਰੇਟ ਹੈ, ਇਹ ਬਹੁਤ ਜ਼ਿਆਦਾ ਕੀਤੀ ਹੈ। ਟੀਐਮਸੀ ਵਾਲੀ ਮੈਂ ਵੀ ਗ੍ਰੀਵੈਂਸਸ ਕਮੇਟੀ ਦਾ ਮੈਂਬਰ ਹਾਂ, ਬੀਜੇਪੀ ਵੱਲੋਂ ਉਹਦੇ ਤੇ ਜ਼ਰੂਰ ਰੱਖੋ ਜੀ, ਜੋ ਡੀਸੀ ਸਾਹਿਬ ਨੂੰ ਲਿਖ ਕੇ ਜ਼ਰੂਰ ਜ਼ੋਰ ਦੇ ਕੇ ਰੱਖ ਕੇ ਮਾਨ ਹੈਗਾ ਤਾਂ ਦਿਓ ਲਿਖ ਕੇ। ਬਿਲਕੁਲ ਨਹੀਂ ਹੋਣਾ ਚਾਹੀਦਾ। ਸਿਆਸਤ ਤੋਂ ਉੱਠ ਕੇ ਲੋਕ ਹੈਲਪ ਲਈ ਸਾਰੀਆਂ ਪਾਰਟੀਆਂ ਨੂੰ ਅੱਗੇ ਆਉਣਾ ਚਲੋ ਚਾਹੀਦਾ। ਆਪਣੇ ਕੋਲ ਸਮਾਂ ਘੱਟ ਆ, ਲੇਕਿਨ ਇਹਦੇ ਬਾਰੇ ਪਰਚਿਆਂ ਬਾਰੇ ਤੁਹਾਨੂੰ ਦੱਸਣਾ। ਮਾਨਯੋਗ ਅਦਾਲਤ ਨੇ ਵੀ ਕਿਹਾ ਸੀ ਕਿ ਉਹਨਾਂ ਨੇ ਸਪੈਸ਼ਲ ਤੌਰ ਤੇ ਪੁੱਛਿਆ ਸੀ ਵੀ ਕੀ ਲੋਕਾਂ ਨੂੰ ਜੇਲ੍ਹਾਂ ਅੰਦਰ ਡੱਕ ਕੇ ਆਕਸੀਜਨ ਦੀ ਕਮੀ ਪੂਰੀ ਹੋ ਜਾਊ ਜਾਂ ਵੈਕਸੀਨੇਸ਼ਨ ਪੂਰੀ ਹੋ ਜਾਊ। ਔਰ ਮਾਨਯੋਗ ਅਦਾਲਤ ਨੇ ਵੀ ਲਤਾੜਿਆ ਸੀ। ਇਸ ਗੱਲ ਦਾ ਵੀ ਧਿਆਨ ਰੱਖਣਾ ਚਾਹੀਦਾ। ਪਰਚੇ ਹੱਲ ਨਹੀਂ ਹੈ, ਹੱਲ ਇਹ ਹੈ ਵੀ ਸਿਸਟਮ ਨੂੰ ਸਹੀ ਕਰੋ ਔਰ ਜਿਹੜਾ ਸਾਨੂੰ ਆਕਸੀਜਨ ਚਾਹੀਦੀ ਉਹਨੂੰ, ਉਹਦੀ ਪੈਦਾਵਾਰ ਵਧਾਈ ਜਾਵੇ ਔਰ ਵੈਕਸੀਨੇਸ਼ਨ ਦੀ ਪੈਦਾਵਾਰ ਆਕਸੀਜਨ ਤੋਂ ਵਧਾਈ ਜਾਵੇ। ਦੂਜੀ ਗੱਲ, ਜਿਹੜਾ ਮੇਨ ਗੱਲ ਤੇ ਇੱਕ ਲਾਸਟ ਕੁਐਸਚਨ ਸਾਡਾ ਰਹਿ ਗਿਆ ਸੀਗਾ, ਉਹ ਵੀ ਜਿਹੜਾ ਬਹੁਤ ਜ਼ਰੂਰੀ ਹੈ, ਪੋਲੀਟੀਕਲ ਹੈ, ਤਾਂ ਕਿ ਜਿਹੜੀ ਸਿੱਟ ਬਣੀ ਸੀ ਉਹ ਇਸ ਵੇਲੇ ਨਵੀਂ ਸਿੱਟ ਬਣ ਚੁੱਕੀ ਆ ਔਰ 3 ਮੈਂਬਰੀ ਸਿੱਟ ਬਣ ਚੁੱਕੀ ਆ। ਪੰਜਾਬ ਸਰਕਾਰ ਨੇ ਬਣਾਈ ਹੈ ਕਿਉਂਕਿ ਪਹਿਲੀ ਸਿੱਟ ਤੁਹਾਨੂੰ ਪਤਾ ਹੀ, ਮੈਂ ਪਹਿਲਾਂ ਵੀ ਕਹਿ ਚੁੱਕਾ, ਖਾਰਿਜ ਹੋ ਚੁੱਕੀ ਮਾਨਯੋਗ ਅਦਾਲਤ ਵੱਲੋਂ। ਹੁਣ ਕੀ ਨਵੀਂ ਸਿੱਟ ਜਿਹਦਾ ਕਿ ਟਾਈਮ ਬਾਉਂਡ ਰੱਖਿਆ ਗਿਆ 6 ਮਹੀਨੇ ਦੇ ਅੰਦਰ ਅੰਦਰ ਆਪਣੀ ਜਾਂਚ ਦੇਵੇਗੀ ਔਰ ਖਾਸ ਕਰਕੇ ਉਹਨਾਂ ਨੇ ਕਿਹਾ ਵੀ ਕਿਸੇ ਨਾਲ ਵੀ ਉਹ ਗੱਲ ਨਹੀਂ ਕਰੇਗੀ। ਇਵਨ ਮੀਡੀਆ ਤੱਕ ਵੀ ਆਪਣੀ ਕੋਈ ਵੀ ਜਿਹੜੀ ਹੈ ਕਿਸੇ ਦੇ ਪੱਖ ਜਾਂ ਕਿਸੇ ਦੇ ਵਿਰੁੱਧ ਦੇ ਵਿੱਚ ਜੋ ਵੀ ਤੁਸੀਂ ਨਿਸ਼ਪਕਸ਼ ਜਾਂਚ ਕਰਦੇ ਹੋ ਉਹ ਲੀਕ ਨਹੀਂ ਹੋਣੀ ਚਾਹੀਦੀ। ਮੈਂ ਭਾਰਤੀ ਤੁਹਾਨੂੰ ਦੁਆਰਾ ਪੁੱਛਦਾ ਕਿ ਇਨ 4.25 ਸਾਲ ਨਿਕਲ ਗਏ ਕਿ 6 ਮਹੀਨੇ ਦੇ ਵਿੱਚ ਜਾਂਚ ਪੂਰੀ ਹੋ ਜਾਊਗੀ? ਕਿ ਜਿਹੜੀ ਤੁਸੀਂ ਜਾਂਚ ਕੀਤੀ ਆ ਉਹ ਤਾਂ ਤੁਹਾਡੀ ਖਾਰਿਜ ਹੋ ਗਈ ਆ, ਸਿੱਟ ਤੇ ਸਿੱਟ ਬਣ ਕੇ ਹੋ ਜਾਊਗੀ ਲਾਸਟ ਸ਼ਾਰਟ ਸੈਂਟੈਂਸ। ਆਪਾਂ ਨੇ ਇਹਨੂੰ 4.25 ਸਾਲ ਨਾ ਗਿਣੀਏ ਕਿਉਂਕਿ ਇੱਕ ਸਿੱਟ ਬਣੀ, ਉਹਨਾਂ ਨੇ ਆਪਣੀ ਰਿਪੋਰਟ ਜਿਹੜੀ ਆ ਉੱਥੇ ਸਬਮਿਟ ਕਰਤੀ, ਲੇਕਿਨ ਹਾਈ ਕੋਰਟ ਨੇ ਉਸ ਰਿਪੋਰਟ ਨੂੰ ਖਾਰਿਜ ਕਰਤਾ। ਆਪਾਂ ਇਹ ਨਹੀਂ ਕਹਿ ਸਕਦੇ ਕਿ 4.25 ਸਾਲ ਕੁਝ ਕੀਤਾ ਨਹੀਂ, ਉਹਨਾਂ ਨੇ ਕੀਤਾ। ਲੇਕਿਨ ਹੈਰਾਨਗੀ ਦੀ ਗੱਲ ਇਹ ਹੋਈ, ਜੋ ਲੋਕ ਕਹਿੰਦੇ ਆ, ਜੋ ਕਾਨੂੰਨਦਾਨ ਕਹਿੰਦੇ ਆ ਕਿ ਹਾਈ ਕੋਰਟ ਨੇ ਕੁਝ ਐਸੀਆਂ ਗੱਲਾਂ ਵੀ ਕਹੀਆਂ ਜਿਹੜੀਆਂ ਕਿ ਮੰਗੀਆਂ ਹੀ ਨਹੀਂ ਸੀ ਗਈਆਂ, ਜਿਹੜੀਆਂ ਉਸ ਰਿਟ ਵਿੱਚ ਹੈ ਹੀ ਨਹੀਂ ਸਨ। ਚਲੋ ਆਪਾਂ ਇਸ ਬਹਿਸ 'ਚ ਨਾ ਪਈਏ, ਕਾਨੂੰਨੀ ਨੁਕਤਾ, ਕਾਨੂੰਨੀ ਬੰਦੇ ਇਹਦੀ ਗੱਲ ਕਰਨਗੇ। ਜਿੱਥੋਂ ਤੱਕ ਸਿੱਟ ਦਾ ਸਵਾਲ ਹੈ, ਸਿੰਸੈਰਿਟੀ ਨਾਲ ਸਿੱਟ ਬਣਾਈ ਗਈ ਹੈ ਔਰ ਬਕਾਇਦਾ ਤੁਸੀਂ ਹੀ ਦੱਸਿਆ ਔਰ ਮੈਂ ਵੀ ਇਹ ਗੱਲ ਪੜ੍ਹੀ ਹੈ ਕਿ ਸਾਡੇ ਏਡੀਜੀਪੀ ਵਿਜੀਲੈਂਸ ਬਿਊਰੋ ਦੇ ਜਿਹੜੇ ਹੈਗੇ ਆ LK ਯਾਦਵ, ਉਹਨਾਂ ਨੂੰ ਮੈਂਬਰ ਬਣਾਇਆ ਗਿਆ ਤੇ ਸਾਡੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਰਾਕੇਸ਼ ਅਗਰਵਾਲ ਨੂੰ ਬਣਾਇਆ ਗਿਆ, ਸਰਦਾਰ ਸੁਰਜੀਤ ਸਿੰਘ ਜਿਹੜੇ DIG ਫਰੀਦਕੋਟ ਆ ਉਹਨਾਂ ਨੂੰ ਬਣਾਇਆ ਗਿਆ ਔਰ ਬਕਾਇਦਾ ਉਹਨਾਂ ਨੂੰ ਇੰਸਟਰਕਸ਼ਨਸ ਦੇ ਦਿੱਤੀਆਂ ਗਈਆਂ ਕਿ ਨਾ ਤਾਂ ਤੁਸੀਂ ਕਿਸੇ ਨੇ ਇਕੱਲੇ ਨੇ ਕੋਈ ਇਨਕੁਆਇਰੀ ਕਰਨੀ ਹੈ, ਬਕਾਇਦਾ ਜਿਹੜਾ ਉਹ ਤਾਂ ਹੋ ਗਈਆਂ, ਉਹ ਹਦਾਇਤਾਂ ਹੋ ਗਈਆਂ। ਮੈਂ ਇਹ ਕਹਿੰਦਾ, ਮੇਰਾ ਸਵਾਲ ਹੈ ਕਿ 6 ਮਹੀਨੇ 'ਚ ਹੁਣ ਉਹ ਜਾਂਚ ਪੂਰੀ ਕਰ ਲੈਣਗੇ ਕਿਉਂਕਿ ਆਉਣ ਵਾਲਾ ਸਾਲ ਜਿਹੜਾ ਇਲੈਕਸ਼ਨ ਈਅਰ ਹੈ। ਇਹ ਮੇਰਾ ਸਾਹਿਬ ਬਿਲਕੁਲ ਹੋਊਗੀ ਕਿਉਂਕਿ ਉਹਨਾਂ ਨੂੰ ਕਿਹਾ ਗਿਆ ਤੁਸੀਂ ਕੋਈ ਪ੍ਰੈਸ ਕਾਨਫਰੰਸ ਨਹੀਂ ਕਰਨੀ, ਤੁਸੀਂ ਕੋਈ ਕਿਸੇ ਨਾਲ ਗੱਲ ਨਹੀਂ ਕਰਨੀ, ਤੁਸੀਂ ਆਪਣੀ ਰਿਪੋਰਟ ਜਿਹੜੀ ਸਿੱਧੀ ਕੋਰਟ ਵਿੱਚ ਪੇਸ਼ ਕਰਨੀ ਹੈ। ਜਦੋਂ ਕਿਤੇ ਰਸਤੇ ਦੀ ਡਿਸਟਰਬੈਂਸ ਹੀ ਆਣੀ, ਆਈ ਹੋਪ ਕਿ ਦੇ ਵਿਲ ਕੰਪਲੀਟ देयर ਇਨਕੁਆਇਰੀ ਵਿਦ। ਚਲੋ ਮੈਂ ਪੁੱਛ ਲੈਣਾ, ਸ਼੍ਰੋਮਣੀ ਅਕਾਲੀ ਦਲ ਨੂੰ ਪੁੱਛ ਲੈਣਾ ਕਿਉਂਕਿ ਤੁਸੀਂ ਹਮੇਸ਼ਾ ਹੀ, ਤੁਹਾਡੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹਮੇਸ਼ਾ ਹੀ ਕਹਿੰਦੇ ਰਹੇ ਵੀ ਕਿਸੇ ਸਿਟਿੰਗ ਜੱਜ ਤੋਂ ਹੋਣੀ ਚਾਹੀਦੀ ਸੀ, ਇਹ ਸਿੱਟ ਨੂੰ ਅਸੀਂ ਮੰਨਦੇ ਨਹੀਂ। ਕੀ ਇਸ ਸਿੱਟ ਨੂੰ ਤੁਸੀਂ ਹੁਣ ਮੰਨੋਗੇ ਜੋ ਵੀ ਉਹ ਜਾਂਚ ਦੇਗੀ ਕਿ ਜਿਹੜੇ ਉਹ ਜਾਂਚ ਦੇ ਵਿੱਚ ਕਸੂਰਵਾਰ ਪਾਏ ਜਾਣਗੇ ਉਹਨਾਂ ਨੂੰ ਸਜ਼ਾ ਜੇ ਅਦਾਲਤ ਦੇਗੀ, ਤੁਸੀਂ ਮੰਨੋਗੇ ਉਹਨਾਂ ਨੂੰ? ਬਿਲਕੁਲ, ਅਦਾਲਤ, ਹਾਈ ਕੋਰਟ, ਮਾਨਯੋਗ ਜੱਜ ਸਾਹਿਬ ਦੇਣਗੇ ਤੇ ਜ਼ਰੂਰ ਕਿਉਂ ਨਹੀਂ। ਪੰਜਾਬ ਕੀ ਸਮੁੱਚੀ ਦੇਸ਼ ਦੀ, ਦੁਨੀਆ ਦੀ ਇਸਤਮਾਕ ਇਸ ਸਿੱਟ ਤੇ ਹੈ ਕਿ ਕਾਰਨ ਕੀ ਹੈ ਕਿ ਕਿਤੇ ਨਾ ਕਿਤੇ ਇਹਦਾ ਵੀ ਸਿਆਸੀਕਰਨ ਹੋਈ ਜਾ ਰਿਹਾ
ਕਿ ਮੇਰੇ ਹਿਸਾਬ ਨਾਲ ਇਹ ਸਿੱਟ ਬਣੀ ਹੈ ਸ਼ਾਇਦ ਗੋਲੀकांड ਦੇ ਸੰਬੰਧ 'ਚ, ਹਾਂ, ਜਿਹੜੀ ਕੋਟਕਪੂਰਾ ਗੋਲੀकांड, ਹਾਂ ਕੋਟਕਪੂਰਾ ਗੋਲੀकांड 'ਚ, ਔਰ ਉਹਦੇ 'ਚ ਜਿੱਥੇ ਕਬਰ ਵਿਜੇ ਪ੍ਰਤਾਪ ਸਿੰਘ ਜੀ ਜਿਹੜੇ ਪਿੱਛੇ ਦੇਖ ਰਹੇ ਸਨ, ਮੈਂ ਸਮਝਦਾ ਕਿ ਉਹਨਾਂ ਨੇ ਆਪਣੇ ਆਪ ਨੂੰ ਬੜਾ ਪ੍ਰੈਜ਼ੈਂਟ ਕੀਤਾ ਕਿ ਮੈਂ ਉਹ ਕਰਤਾ ਇਹ ਕਰਤਾ। ਉਹਨਾਂ ਦੀ ਕਾਬਲੀਅਤ ਤੋਂ ਦਿਖਦੀ ਹੈ ਕਿ ਪਿਛਲੇ 4 ਸਾਲ 'ਚੋਂ ਜਿਹੜਾ ਕੋਟਕਪੂਰਾ ਗੋਲੀकांड ਆ ਉਹਦਾ ਕੋਈ ਵੀ ਨਤੀਜਾ ਨਹੀਂ ਕੱਢ ਸਕੇ। ਈਵਨ ਕਿ ਹਾਈ ਕੋਰਟ ਨੇ ਝਾੜ ਲਾਈ ਉਹਨਾਂ ਨੂੰ ਕਿ ਤੁਸੀਂ ਬਿਲਕੁਲ ਬੇਤੁਕੀਆਂ ਗੱਲਾਂ ਔਰ ਬੇਤੁਕੀਆਂ ਸਿਆਸੀਕਰਨ ਕੀਤਾ ਹੋਇਆ ਟੋਟਲ ਇਸ ਰਿਪੋਰਟ ਦਾ, ਔਰ ਕਰਕੇ ਹਾਈ ਕੋਰਟ ਦੇ ਦਖਲ ਨਾਲ ਇਸ ਸਿੱਟ ਪੰਜਾਬ ਸਰਕਾਰ ਨੇ ਬਣਾਈ ਹੈ ਕਿ ਬਣਾਓ, ਔਰ ਬਕਾਇਦਾ ਕਿਸੇ ਵੀ ਅਫਸਰ ਨੂੰ ਪ੍ਰੈਸ ਕਾਨਫਰੰਸ ਕਰਨ ਦਾ ਰਾਈਟ ਨਹੀਂ ਹੈ, ਟੋਟਲ ਸੀਕ੍ਰੇਟ ਰੱਖੀ ਜਾਏਗੀ। ਔਰ ਮੈਂ ਜਿਹੜੀ ਗੱਲ ਕਰ ਰਿਹਾ ਜਿਹੜੀ ਔਰ ਕੋਰਟ ਨੂੰ ਸਬਮਿਟ ਕੀਤੀ ਜਾਏਗੀ। ਦੂਜੀ ਗੱਲ ਇਹ ਹੈ ਕਿ ਤਕਰੀਬਨ ਚਾਹੇ ਸਰ ਸੁਖਬੀਰ ਸਿੰਘ ਬਾਦਲ ਪ੍ਰਧਾਨ ਸਾਹਿਬ ਟੋਟਲ ਦੇਸ਼ ਪੰਜਾਬ ਚਾਹੁੰਦਾ ਕਿ ਇਹਦੇ ਜੋ ਵੀ ਮੁੱਖ ਦੋਸ਼ੀ ਹੈ ਉਹ ਸਾਹਮਣੇ ਆਉਂਦੇ ਜਾਣ, ਕਟਹਿਰੇ 'ਚ ਲਿਆਂਦੇ ਜਾਣ, ਉਹਨਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ। ਮੈਂ ਸਮਝਦਾ ਕਿਉਂ ਪੰਜਾਬ ਸਰਕਾਰ ਫੇਲ ਹੋ ਰਹੀ ਹੈ ਇਹਦੇ 'ਚ। ਦੁੱਧ ਦਾ ਦੁੱਧ, ਪਾਣੀ ਦਾ ਪਾਣੀ ਹੋਣਾ ਚਾਹੀਦਾ। ਜੋ ਵੀ ਇਹਦਾ ਦੋਸ਼ੀ ਹੈ ਪੰਜਾਬ ਦੇ ਲੋਕ ਉਹਦੇ ਸੰਤੁਸ਼ਟ ਹੋਣਗੇ ਜਦੋਂ ਇਹਨਾਂ ਦੇ ਦੋਸ਼ੀ ਕਟਹਿਰੇ 'ਚ ਹੋਣਗੇ। ਸੋ ਇਸ ਸਿੱਟ ਤੇ ਆਸ ਹੈ ਕਿਤੇ ਨਾ ਕਿਤੇ ਸਿਆਸਤ ਤੋਂ ਪ੍ਰੇਰਿਤ ਨਾ ਹੋਣ, ਸਿਆਸਤ ਤੋਂ ਪਰੇ ਹੋ ਕੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਕੇ ਇਹਦਾ ਰਿਜ਼ਲਟ ਕੱਢ ਕੇ ਹਾਈ ਕੋਰਟ ਨੂੰ ਆਪਣੀ ਸਿੱਟ ਰਿਪੋਰਟ ਦੇਵੇ। ਹਾਂਜੀ, ਭਾਰਤੀ ਜਨਤਾ ਪਾਰਟੀ ਬੈਠੇ ਨੇ। ਹਾਂਜੀ, ਤੁਸੀਂ ਕੀ ਸਮਝਦੇ ਹੋ ਵੀ ਵਾਕਈ 6 ਮਹੀਨਿਆਂ ਦੇ ਵਿੱਚ ਦੁੱਧ ਦਾ ਦੁੱਧ ਪਾਣੀ ਹੋ ਜਾਊਗਾ ਕਿ ਆਉਣ ਵਾਲੇ ਇਲੈਕਸ਼ਨਾਂ 'ਚ ਮੁੱਦਾ ਦੁਬਾਰਾ ਟੇਬਲ ਤੇ ਨਹੀਂ ਆਊਗਾ, ਰੈਲੀਆਂ 'ਚ ਨਹੀਂ ਆਊਗਾ? ਦੇਖੋ ਕਿ ਜਾਂ ਇਹ ਮੁੱਦੇ ਨੂੰ ਲਟਕਾਉਣਾ ਚਾਹੇ ਦੁਬਾਰਾ ਸਿੱਟ, ਇਹ ਮੁੱਦਾ ਦੁਬਾਰਾ ਚੁਣਾਵਾਂ ਦੇ ਵਿੱਚ ਇਸੇ ਤਰ੍ਹਾਂ ਖੜਾ ਰਵੇ, ਇਹ ਇਸੇ ਕਰਕੇ ਸਾਰਾ ਕੁਝ ਹੋ ਰਿਹਾ। ਅੱਛਾ, ਅਗਰ ਕੋਈ ਕਿਸੇ ਅਦਾਲਤ ਦੇ ਵਿੱਚ ਫੈਸਲਾ ਹੁੰਦਾ, ਅਗਰ ਉਸ ਫੈਸਲੇ ਦੇ ਵਿੱਚ ਕੋਈ ਲੱਗਦਾ ਵੀ ਇਹ ਫੈਸਲਾ ਮਨਜ਼ੂਰ ਨਹੀਂ, ਤਾਂ ਉਹਨੂੰ ਸੈਸ਼ਨ 'ਚ, ਹਾਈ ਕੋਰਟ 'ਚ, ਸੁਪਰੀਮ ਕੋਰਟ 'ਚ ਸਰਕਾਰਾਂ ਚੱਲਦੀਆਂ ਨੇ। ਅਗਰ ਪਿਛਲੀਆਂ ਸੀਟਾਂ ਬਣਾਈਆਂ ਸੀ ਕਿਹਨਾਂ ਨੇ ਬਣਾਈਆਂ ਸੀ? ਇਹਨਾਂ ਹੀ ਸਰਕਾਰਾਂ ਨੇ ਬਣਾਈਆਂ ਸੀ। ਉਸ ਅਗਰ ਉਹ ਸੀਟ 4.5 ਸਾਲ ਦੇ ਵਿੱਚ ਨਹੀਂ ਕੁਝ ਕਰ ਸਕੀ ਤਾਂ ਅਸੀਂ ਕਿਵੇਂ ਅਪੇक्षा ਕਰ ਸਕਦੇ ਹਾਂ ਕਿ ਪੰਜਾਬ ਦੀ ਜਨਤਾ ਨੂੰ ਇਸ ਜੋ ਇਸ ਇਹ ਨਹੀਂ ਏਡਾ ਕਹਿ ਸਕਦੇ ਕੁਝ ਕਰ ਨਹੀਂ ਸਕੀ। ਵੱਡਾ ਹਾਈ ਕੋਰਟ ਨੇ ਉਹਨੂੰ ਖਾਰਜ ਕਰਤਾ, ਉਹ ਕੰਪਲੀਟ ਕਰਕੇ ਦਿੱਤੀ ਉਹਨੇ ਹਾਈ ਕੋਰਟ ਨੂੰ, ਹਾਈ ਕੋਰਟ ਨੇ ਖਾਰਜ ਕਰਤੀ। ਮੈਂ ਇਹ ਨਹੀਂ ਕਹਿ ਕਹਿੰਦਾ ਸਕਦੇ ਨੇ ਨਹੀਂ ਹੋਈ। ਖਾਰਜ ਕਰਤਾ ਤੇ ਸਾਡੀ ਜਿਹੜੀ ਪੰਜਾਬ ਸਰਕਾਰ ਦੇ ਨੁਮਾਇੰਦੇ ਸੀ, ਤੁਹਾਡੇ ਜਿਹੜੇ ਸਰਕਾਰ ਦੇ ਵਕੀਲ ਸੀ, ਉਹਨਾਂ ਨੇ ਸਾਨੂੰ ਤਾਂ ਇਹ ਪਤਾ ਵੀ ਲੱਗਿਆ ਵੀ ਉਹਨਾਂ ਨੇ ਆਪਣਾ ਪੱਖ ਹੀ ਨਹੀਂ ਰੱਖਿਆ। ਤੁਸੀਂ ਇਹ ਗੱਲ ਦੱਸੋ ਕਿ 4.5 ਸਾਲ ਦੇ ਵਿੱਚ ਬਿਨਾਂ ਸਰਕਾਰ ਨੇ ਉਸ ਸਿੱਟ ਦੀ ਰਿਪੋਰਟ ਸਿੱਧੀ ਹਾਈ ਕੋਰਟ ਨੂੰ ਦੇਤੀ, ਸਰਕਾਰ ਨੇ ਉਹਨਾਂ ਦੇ ਅਟਾਰਨੀ ਜਨਰਲ ਨੇ ਉਸ ਰਿਪੋਰਟ ਦੇ ਉੱਤੇ ਡਿਸਕਸ ਨਹੀਂ ਕੀਤੀ ਵੀ ਇਹਦੇ ਵਿੱਚ ਕੀ ਕਮੀਆਂ ਨੇ। ਤੁਸੀਂ ਇਸ ਗੱਲ ਤੋਂ ਕਿਵੇਂ ਭੱਜ ਸਕਦੇ ਹੋ? ਮੇਰੀ ਗੱਲ ਨੂੰ ਵਿੱਚ ਟੋਕੋ ਨਾ, ਤੁਸੀਂ ਮੇਰੀ ਗੱਲ ਨੂੰ ਇਸ ਗੱਲ ਦਾ ਪਤਾ ਨਹੀਂ ਹੈ। ਇਹ ਇੱਕ ਪੁਲਿਸ ਦੇ ਉਮਰ ਵਿਜੇ ਪ੍ਰਤਾਪ ਕਹਿੰਦੇ ਮੈਂ ਤਾਂ 9 ਚਲਾਨ ਪੇਸ਼ ਕੀਤੇ ਸੀ ਮੈਜਿਸਟਰੇਟ ਨੂੰ, ਜਦੋਂ ਮੈਜਿਸਟਰੇਟ ਦਿੱਤੇ ਉਹ ਝੋਲੇ 5 ਹੀ ਜਿਹੜੇ ਹੈਗੇ ਉਹਨਾਂ ਨੇ ਮਾਨਯੋਗ ਅਦਾਲਤ। ਮੈਂ ਬੇਨਤੀ ਇਹ ਕਰਦਾ, ਦੇਖੋ ਇਸ ਚੀਜ਼ ਦਾ ਜਿਸ ਢੰਗ ਨਾਲ ਸਿਆਸੀਕਰਨ ਹੋ ਰਿਹਾ, ਇਹ ਜਨਤਾ ਇਨਸਾਫ ਮੰਗਦੀ ਆ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ, ਗੋਲੀकांड ਲਈ ਸਿੱਟ ਦੁਬਾਰਾ ਬਣਾਤੀ, ਕੀ ਉਹਦੇ ਦੋਸ਼ੀਆਂ ਨੂੰ, ਉਹਨਾਂ ਦੇ ਦੋਸ਼ੀਆਂ ਤੇ ਕੋਈ ਕਾਰਵਾਈ ਹੋਈ? ਉਹਦੇ ਦੋਸ਼ੀਆਂ ਦਾ ਪਤਾ ਲੱਗ ਗਿਆ? ਨਹੀਂ, ਅਸੀਂ ਉਹ ਦੋਸ਼ੀ ਸਾਬਤ ਕਰਤੇ। ਬਿਲਕੁਲ। ਜਿਸ ਚੀਜ਼ ਦੇ ਲਈ ਮੈਂ ਕਹਿੰਦਾ ਇਹ ਮੁੱਦੇ ਅਗਲੇ ਆਉਣ ਵਾਲੇ ਚੁਣਾਵਾਂ ਦੇ ਲਈ ਅਸੀਂ ਖੜੇ ਕਰ ਰੱਖਣ ਦੇ ਲਈ ਇਹ ਸਾਰਾ ਕੁਝ ਕਰ ਰਹੇ ਹਾਂ। ਆਮ ਆਦਮੀ ਪਾਰਟੀ ਕੀ ਕਹਿ ਰਹੀ ਹੈ? ਉਹ ਤਾਂ ਕਹਿੰਦੇ ਰਲੇ ਮਿਲੇ। ਦੇਖੋ ਉਹ ਕਹਿੰਦੇ ਕੰਮ ਹੀ ਇਸ ਕਰਕੇ ਹੋ ਰਿਹਾ। ਗੱਲ ਇਹ ਆ, ਰਲੇ ਮਿਲੇ, ਉਹ ਕਹਿੰਦੇ ਦੁਬਈ ਸਮਝੌਤਾ ਹੋਇਆ ਸੀ। ਹੋ ਸਕਦਾ ਉਹਨਾਂ ਦੀ ਜਾਣਕਾਰੀ ਜ਼ਿਆਦਾ ਹੋਵੇ। ਜਿਸ ਚੀਜ਼ ਦੀ ਮੈਨੂੰ ਜਾਣਕਾਰੀ ਨਹੀਂ, ਮੈਂ ਉਹਦੇ ਬਾਰੇ ਨਹੀਂ ਗੱਲ ਕਰ ਸਕਦਾ। ਮੈਂ ਗੱਲ ਕਰਦਾ ਜੋ ਮੈਨੂੰ ਨਜ਼ਰ ਆ ਰਿਹਾ। ਸਰਕਾਰਾਂ ਦੇ ਕੋਲ ਬਹੁਤ ਸਾਰੀ ਪਾਵਰ ਹੁੰਦੀ ਆ। ਅਗਰ ਸਰਕਾਰ ਨੇ ਉਹਦੀ ਜਾਂਚ ਆਪਣੇ ਹਿਸਾਬ ਨਾਲ ਲੱਗਦਾ ਉਹਨਾਂ ਨੂੰ ਵੀ ਠੀਕ ਹੋਈ ਸੀ ਤੇ ਉਹਨਾਂ ਨੂੰ ਉਹ ਤਾਂ ਉਹਨੂੰ ਸੁਪਰੀਮ ਕੋਰਟ 'ਚ ਲੈ ਕੇ ਜਾ ਸਕਦੇ ਸੀ, ਆਪਣਾ ਪੱਖ ਰੱਖ ਸਕਦੇ ਸੀ। ਸੁਪਰੀਮ ਕੋਰਟ 'ਚ ਜਾਣਾ ਟਾਈਮ ਵੇਸਟ ਕਰਨ ਵਾਲੀ ਗੱਲ ਹੈ। ਇਸੇ ਕਰਕੇ ਤੁਸੀਂ ਟਾਈਮ 6 ਮਹੀਨੇ ਦੇ ਵਿੱਚ ਤੁਸੀਂ ਗਾਰੰਟੀ ਕਿਵੇਂ ਲੈਣੇ ਹੋ ਕਿ ਤੁਸੀਂ ਇਹਦਾ ਇਨਸਾਫ ਕਰੋਗੇ? ਕੰਮ ਸਾਰਾ ਕੀਤਾ ਹੋਇਆ ਕਿਉਂਕਿ ਇਸ ਕਰਕੇ ਕਿਹਾ ਨਾ, ਡਾਕਟਰ ਸਾਹਿਬ ਨੇ ਕਿਹਾ ਸੀ ਸਾਨੂੰ ਸੁਪਰੀਮ ਕੋਰਟ ਜਾਣਾ ਪਿਆ ਤੇ ਜਾਵਾਂਗੇ। ਉਹਨਾਂ ਨੇ ਗੱਲ ਕਹੀ ਸੀ। ਮੇਰਾ ਜੀ ਮੇਰੀ ਬੇਨਤੀ ਹੈ ਵੀ ਇਹ ਜਨਤਾ ਨੂੰ ਐਚਐਸ ਫੁਲਕਾ ਜੀ ਨੇ ਵੀ ਕਿਹਾ ਵੀ ਸੁਪਰੀਮ ਕੋਰਟ ਨਹੀਂ ਜਾਣਾ ਚਾਹੀਦਾ, ਉੱਥੇ ਟਾਈਮ ਵੇਸਟ ਹੋਊਗਾ। ਇਮੀਡੀਏਟਲੀ ਸਿੱਟ ਬਣਾ ਕੇ ਇਹਦੇ ਤੇ ਕਾਰਵਾਈ ਕਰਨੀ ਚਾਹੀਦੀ ਹੈ। ਗੱਲ ਮੰਨ ਕੇ ਸਰਕਾਰ ਚਲਾ ਰਹੇ ਹੋ। ਇਸੇ ਕਰਕੇ ਤੁਸੀਂ ਫੁਲਕਾ ਜੀ ਦੀ ਗੱਲ ਮੰਨ ਕੇ ਸਰਕਾਰ ਚਲਾ ਰਹੇ ਹੋ। ਕੱਲਾ ਫੁਲਕਾ ਕਾਨੂੰਨਦਾਨ ਨਹੀਂ ਹੈ, ਕਾਨੂੰਨਦਾਨ ਹੋਰ ਵੀ ਬਹੁਤ ਸਾਰੇ ਹੈ, ਸਮਝੇ? ਇਸ ਕਰਕੇ ਹਰ ਇੱਕ ਜਿਹੜਾ ਸਿਆਣਾ ਬੰਦਾ ਉਹਦੀ ਗੱਲ ਮੰਨਣੀ ਚਾਹੀਦੀ ਹੈ। ਚਲੋ ਦੇਖੋ ਮੈਂ ਇਹ ਕਹਿੰਦਾ ਇਹ ਸਿਰਫ ਪੰਜਾਬ ਦੀ ਜਨਤਾ ਕਿਉਂਕਿ ਜੋ ਸੈਂਸਿਟਿਵ ਮੈਟਰ ਹੈ, ਲੋਕਾਂ ਨੂੰ ਪਿਆਰ ਕਰਦੀ ਆ, ਸਤਿਕਾਰ ਕਰਦੀ ਆ, ਉਹਦੀਆਂ ਅੱਖਾਂ ਦੇ ਵਿੱਚ ਹਨੇਰਾ ਸਿੱਟ ਕੇ, ਉਹਦੀਆਂ ਅੱਖਾਂ 'ਚ ਧੂੜ ਪਾ ਕੇ ਇਹ ਦੁਬਾਰਾ ਇਲੈਕਸ਼ਨ 'ਚ ਮੁੱਦਾ ਜਿੰਦਾ ਰੱਖਣ ਦੇ ਲਈ ਇਹ ਸਾਰਾ ਕੁਝ ਹੋ ਰਿਹਾ। ਧੂੜ ਪਾਉਣ ਵਾਲਾ ਕਾਂਗਰਸ ਨਹੀਂ ਕਰਦੀ, ਇਸ ਸਿੱਟ ਦੇ ਨਾਲ ਜਿਹੜੀ 4 ਸਾਲ 'ਚ ਕੁਝ ਨਹੀਂ ਕਰ ਸਕੀ, 4.5 ਸਾਲ ਬੰਗਾਲ 'ਚ ਧੂੜ ਪਾਈ ਹੈ, ਦੇਖੋ ਹਾਲ ਕੀ ਹੋਇਆ, ਆਪ ਧੂੜ ਤੇ ਲਿਪਟ ਗਏ। ਬਿਲਕੁਲ ਗਲਤ ਹੈ। ਦੇਖੋ
ਇਸ ਚੀਜ਼ ਨੂੰ ਮੈਂ ਅੱਛਾ ਨਹੀਂ ਸਮਝਦਾ। ਚਲੋ ਅਟਵਾ ਸਾਹਿਬ ਲਾਸਟ ਟਿੱਪਣੀ ਤੁਹਾਡੀ। ਹਾਂਜੀ ਮੈਂ ਤਾਂ ਇਹ ਬੇਨਤੀ ਕਰਨਾ ਚਾਹੁੰਦਾ ਜੀ, ਬੜਾ ਸੈਂਸਿਟਿਵ ਮੁੱਦਾ ਹੈ ਜੀ ਲਾਸਟ। ਹਾਂਜੀ ਸਿਆਸਤ ਤੋਂ ਉੱਪਰ ਉੱਠ ਕੇ ਕਿਤੇ ਨਾ ਕਿਤੇ ਇਹਦਾ ਸਿਆਸੀ ਧੁਰੀਕਰਨ ਹੋ ਰਿਹਾ। ਪੰਜਾਬ ਦੇ ਲੋਕ, ਦੇਸ਼ ਦੇ ਲੋਕ ਇਸ ਸਿੱਟ ਵੱਲ ਦੇਖ ਰਹੇ ਸੀ, ਪੁਰਾਣੀ ਹੁਣ ਨਵੀਂ ਸਿੱਟ ਬਣ ਗਈ ਹੈ। ਜ਼ਰੂਰ ਗੋਲੀकांड ਔਰ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲਾ ਕੋਈ ਵੀ ਹੈ, ਸਾਧ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਜਿਹੜਾ ਇਹਦੇ ਤੇ ਸਿਆਸਤ ਕਰੇ ਉਹਦਾ ਕੱਖ ਵੀ ਨਾ ਰਵੇ। ਔਰ ਇਹ ਪਾਪ ਕਰਨ ਵਾਲਾ, ਬੰਜਰ ਪਾਪ ਕਰਨ ਵਾਲੇ ਪੰਜਾਬ ਦੇ ਲੋਕ ਲੱਭਦੇ ਵੀ ਕੌਣ ਹੈ। ਉਹ 4.5 ਸਾਲ 'ਚ ਬਿਲਕੁਲ ਪੰਜਾਬ ਸਰਕਾਰ ਫੇਲ ਹੋਈ ਹੈ। ਕੀ ਇਹ ਚਾਹੁੰਦੇ ਹੈ, ਕੀ ਇਹ ਮੁੱਦਾ ਰੱਖਣਾ ਚਾਹੁੰਦੇ ਆ ਕਿ ਇਹ ਮੁੱਦੇ ਤੇ ਰੱਖ ਕੇ ਅਕਾਲੀ ਦਲ ਨੂੰ ਅਸੀਂ ਦੁਬਾਰਾ ਹਰਾ ਕੇ ਦੁਬਾਰਾ ਸਰਕਾਰ 'ਚ ਆ ਜਾਵਾਂਗੇ, ਇਹ ਵਿਸ਼ਾ ਬਣਿਆ ਰਵੇ। ਮੈਂ ਸਮਝਦਾ ਕਿ ਸਿਆਸੀ ਮੁੱਦਿਆਂ ਤੋਂ ਉੱਠ ਕੇ ਜੋ ਗੁਰੂ ਗ੍ਰੰਥ ਸਾਹਿਬ ਦੇ ਦੋਸ਼ੀ ਨੇ ਤੇ ਗੋਲੀकांड ਦੇ ਜੋ ਦੋਸ਼ੀ ਨੇ, ਇਹਨਾਂ ਨੂੰ ਜ਼ਰੂਰ ਪੰਜਾਬ ਦੇ ਲੋਕ ਚਾਹੁੰਦੇ ਆ ਕਿ ਇਹਨਾਂ ਦੇ ਜੋ ਵੀ ਕਾਰਵਾਈ ਬਣਦੀ ਕਰਕੇ ਇਹ ਦੋਸ਼ੀਆਂ ਨੂੰ ਕਟਹਿਰੇ ਖੜਾ ਕੀਤਾ ਜਾਵੇ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦੋਸ਼ੀ ਨੇ ਉਹਨਾਂ ਨੂੰ ਤੇ ਗੋਲੀकांड ਦੇ ਜਿਹੜੇ ਦੋਸ਼ੀ ਨੇ ਉਹਨਾਂ ਨੂੰ ਜ਼ਰੂਰ ਕਟਹਿਰੇ 'ਚ ਖੜਾ ਕਰਨਾ ਪਏਗਾ। ਨਹੀਂ ਤਾਂ ਜਨਤਾ ਨੇ ਆਉਣ ਵਾਲੇ 2022 ਦੇ ਵਿੱਚ ਫਿਰ ਤੁਹਾਨੂੰ ਸਵਾਲ ਪੁੱਛਣਾ ਵੀ ਦੋਨੋਂ ਸਰਕਾਰਾਂ ਕੀ ਕਰਦੀਆਂ ਰਹੀਆਂ। ਹਜੇ ਤੱਕ ਕੋਈ ਵੀ ਦੋਸ਼ੀ ਨਹੀਂ ਪਕੜਾ ਗਿਆ। ਹਾਲਾਂਕਿ 2 ਜਿਹੜੇ ਸਿੰਘ ਸ਼ਹੀਦ ਹੋ ਗਏ ਸੀ ਉੱਥੇ, ਉਹਨਾਂ ਦਾ ਕਦੋਂ ਇਨਸਾਫ ਮਿਲੂਗਾ, ਉਹਨਾਂ ਨੂੰ ਕਦੋਂ ਇਨਸਾਫ ਮਿਲੂਗਾ, ਇਹ ਵੀ ਬਹੁਤ ਵੱਡਾ ਇੱਕ ਸਵਾਲ ਹੈ ਖੜਾ ਹੋਇਆ। ਦੇਖਣਾ ਹੋਊਗਾ ਕਿ 6 ਮਹੀਨੇ ਦੇ ਵਿੱਚ ਕੀ ਵਾਕਈ ਇਹ ਸਿੱਟ ਪੂਰਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰ ਪਾਊਗੀ, ਜਾਂ ਫਿਰ ਦੂਜੇ ਸਿਆਸੀ ਪਾਰਟੀਆਂ ਇੱਥੇ ਦੁਬਾਰਾ ਜਿਹੜਾ ਹੈ ਉਂਗਲ ਨਾ ਉਠਾਉਣ। ਇਸ ਤਰੀਕੇ ਦੀ ਕੀ ਨਿਸ਼ਪਕਸ਼ ਜਾਂਚ ਹੋ ਪਾਊਗੀ ਇਹਨਾਂ ਤਿੰਨੇ ਸਿੱਟ ਦੇ ਮੈਂਬਰਾਂ ਵੱਲੋਂ। ਆਉਣ ਵਾਲੇ ਸਮੇਂ 'ਚ ਇਹ ਵੀ ਦੇਖਣਾ ਹੋਊਗਾ ਕਿ ਹੁਣ ਜਿਹੜਾ ਕੋਰੋਨਾ ਦਾ ਕੋਹਰਮ ਜਿਹੜਾ ਪੂਰਾ ਇਸ ਵੇਲੇ ਦੇਸ਼ ਦੇ ਵਿੱਚ ਔਰ ਪੰਜਾਬ ਦੇ ਅੰਦਰ ਮਚਿਆ ਹੋਇਆ, ਉਹਦੇ ਤੇ ਜਿਹੜਾ ਸਿਆਸੀਕਰਨ ਹੋ ਰਿਹਾ, ਉਹ ਤੋਂ ਉੱਪਰ ਉੱਠ ਕੇ ਕੀ ਆਕਸੀਜਨ ਤੇ ਵੈਕਸੀਨੇਸ਼ਨ ਦੀ ਕਮੀ ਪੂਰੀ ਕਰ ਪਾਊਗੀ ਸਰਕਾਰ? ਇਹ ਵੀ ਬਹੁਤ ਵੱਡਾ ਸਵਾਲ ਹੈ। ਆਉਣ ਵਾਲੇ ਸਮੇਂ ਤਾਂ ਅਸੀਂ ਤਾਂ ਸਾਰਿਆਂ ਨੂੰ ਇਹੀ ਦੁਆ ਕਰਾਂਗੇ ਕਿ ਆਪਾਂ ਸਾਰੇ ਹੀ ਰਲ ਕੇ, ਜਿੰਨੀਆਂ ਕਿ ਸਰਕਾਰਾਂ ਜ਼ਿੰਮੇਦਾਰ ਆ, ਆਪਾਂ ਵੀ ਕੁਝ ਜ਼ਿੰਮੇਵਾਰੀ ਆਪਣੀ ਨਿਭਾਈਏ ਔਰ ਕੋਵਿਡ ਦੇ ਜਿਹੜੀਆਂ ਹਦਾਇਤਾਂ ਦਿੱਤੀਆਂ ਗਈਆਂ, ਚਾਹੇ ਮਾਸਕ ਦੀਆਂ, ਚਾਹੇ ਦੂਰੀ ਦੀਆਂ, ਚਾਹੇ ਕਿਸੇ ਵੀ ਤਰ੍ਹਾਂ ਦੀਆਂ ਇਕੱਠ ਦੀਆਂ, ਉਹ ਸਾਰੀਆਂ ਹਦਾਇਤਾਂ ਨੂੰ ਆਪਾਂ ਮੰਨੀਏ ਤਾਂ ਕਿ ਕਿਸੇ ਤਰੀਕੇ ਦਾ ਕਿਸੇ ਨੂੰ ਕਰੋਨਾ ਦੀ ਮਹਾਮਾਰੀ ਨਾ ਆਏ। ਇਹਨਾਂ ਸ਼ਬਦਾਂ ਨਾਲ ਹੁਣ ਮੈਨੂੰ ਜੋ ਇਜਾਜ਼ਤ, ਕਿਉਂਕਿ ਸਮਾਂ ਬਹੁਤ ਹੋ ਗਿਆ, ਪੈਨਲ ਦੇ ਵਿੱਚ ਆ ਕੇ ਤੁਸੀਂ ਬਹੁਤ ਹੀ ਇਸ ਚਰਚਾ ਵਿੱਚ ਸ਼ਾਮਲ ਹੋਏ, ਬਹੁਤ ਬਹੁਤ ਧੰਨਵਾਦ।